ਸਤਨਾਮ ਵਾਹਿਗੁਰੂ ਜੀ। ਤੁਮਰੀ ਸਰਨ ਤੁਮਾਰੀ ਹੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬਰਾਗੋ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗੋ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਕਰ ਮਹਾ ਜੰਗ ਜੀਤੈ ਨਿਸੰਗ, ਇਕ ਰੰਗ ਸਦਾ ਹਮ ਤੋਹੇ ਸੰਗ। ਇਮ ਚਲਤ ਬਾਤ ਸੁਨ ਅਲਫ ਖਾਨ, ਮਨ ਜਾਨ ਮਾਨ ਸਨਮਾਨ ਠਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਸਤਿਗੁਰਾਂ ਨੇ ਸੁਭਾਗੇ ਸਮੇਂ ਬਖਸ਼ਿਸ਼ ਕਰਦਿਆਂ ਹੋਇਆਂ ਸਤ ਸੰਗਤ ਦੀਆਂ ਘੜੀਆਂ ਦੇ ਨਾਲ ਮਹਾਰਾਜ ਜੀਆਂ ਨੇ ਨਵਾਜਿਆ। ਆਪ ਸੰਗਤਾਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਭੀਮ ਚੰਦ ਰਾਜਾ ਜੰਗ ਦੇ ਵਿੱਚ ਆਪਣੀ ਮਦਦ ਵਾਸਤੇ ਲੈ ਕੇ ਗਿਆ ਹੈ। ਜਿਸ ਵੇਲੇ ਭੀਮ ਚੰਦ ਰਾਜੇ ਦੀ ਫੌਜ ਜੰਗ ਮੈਦਾਨ ਵਿੱਚ ਹਾਰਦੀ ਪਈ ਹੈ, ਸਤਿਗੁਰਾਂ ਨੂੰ ਬੇਨਤੀ ਕਰਕੇ ਮਹਾਰਾਜ ਆਪ ਜੀ ਕਿਰਪਾ ਕਰੋ। ਤੇ ਮਹਾਰਾਜ ਦੀਆਂ ਨੇ ਜੋ ਬਿਜੜ ਵਾਲੀਆ ਰਾਜਾ ਦਿਆਲ ਚੰਦ ਹੈ, ਉਸ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿੱਤਾ ਹੈ। ਰਾਜੇ ਦੇ ਮਰਨ ਕਰਕੇ ਭੀਮ ਚੰਦ ਰਾਜਾ ਜੰਗ ਜਿੱਤਿਆ ਹੈ। ਸ਼ਾਮਾਂ ਪੈ ਗਈਆਂ, ਰਾਤ ਪੈ ਗਈ ਹੈ। ਇੱਧਰੋਂ ਜਿਹੜਾ ਕਟੋਚੀਆ ਰਾਜਾ ਹੈ, ਉਹ ਸਲਾਹ ਦੇ ਰਿਹਾ ਹੈ ਕਿ ਆਪਾਂ ਜੰਗ ਵਿੱਚ ਹਾਰ ਚੁੱਕੇ ਹਾਂ, ਸਵੇਰ ਚੜ੍ਹਨ ਤੱਕ ਆਪਾਂ ਨੂੰ ਮਾਰ ਦੇਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਾਡੇ ਦੁਸ਼ਮਣ ਨੂੰ ਜੰਗ ਜਿਤਾ ਦਿੱਤੀ ਹੈ, ਆਪਾਂ ਨੂੰ ਰਾਤੋਂ ਰਾਤ ਭੱਜ ਜਾਣਾ ਚਾਹੀਦਾ। ਇਹ ਗੱਲਾਂ ਅਲਫ ਖਾਨ ਨਾਮ ਦਾ ਜਿਹੜਾ ਪਠਾਨ ਆਇਆ ਸੀ ਉਹ ਸੁਣਦਾ ਪਿਆ ਹੈ ਕਿ ਕਿਵੇਂ ਜੰਗ ਮੈਦਾਨ ਵਿੱਚੋਂ ਭੱਜਦੇ ਨੇ। ਇਹ ਇਤਿਹਾਸ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰ ਮਹਾ ਜੰਗ ਜੀਤੈ ਨਿਸੰਗ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬੜਾ ਮਹਾਨ ਜੰਗ ਕਰਕੇ ਅਤੇ ਨਿਸ਼ੰਗ ਹੀ ਕਹਿਣ ਲੱਗੇ ਕਿ ਦੁਸ਼ਮਣ ਨੂੰ ਜਿੱਤ ਲਿਆ ਹੈ। ਭੀਮ ਚੰਦ ਰਾਜੇ ਦੀ ਮਦਦ ਹੋਈ ਹੈ, ਭੀਮ ਚੰਦ ਰਾਜਾ ਜਿੱਤਿਆ, ਵਿਰੋਧੀ ਧਿਰ ਜੰਗ ਮੈਦਾਨ ਵਿੱਚ ਹਾਰੀ ਹੈ। ਇੱਕ ਰੰਗ ਸਦਾ ਹਮ ਤੋਹੇ ਸੰਗ। ਅਤੇ ਨਾਲ ਇਹ ਜਿਹੜਾ ਰਾਜਾ ਹੈ ਕਟੋਚੀਆ, ਉਹ ਕਹਿ ਰਿਹਾ ਹੈ ਸੋ ਇਸ ਅਲਫ ਖਾਨ ਨੂੰ ਵੀ ਅਸੀਂ ਤੇਰੇ ਨਾਲ ਸਦਾ ਤੇਰੀ ਮਦਦ ਵਾਸਤੇ ਹਾਂ। ਇਮ ਚਲਤ ਬਾਤ ਸੁਨੇ ਅਲਫ ਖਾਨ। ਇਹ ਅਲਫ ਖਾਨ ਜਿਹੜਾ ਪਠਾਨ ਹੈ, ਇਹ ਚੱਲਣ ਦੀ ਗੱਲ ਸੁਣਦਾ ਪਿਆ। ਉਹਨੂੰ ਇਹ ਸਲਾਹ ਦਿੱਤੀ ਗਈ ਵੀ ਹੁਣ ਆਪਾਂ ਰਾਤੋਂ ਰਾਤ ਦੌੜ ਚੱਲੀਏ, ਭੱਜ ਜਾਈਏ, ਉਹਦੇ ਵਿੱਚ ਸਾਡਾ ਬਚਾਅ ਹੈ। ਇਹ ਸਾਰੀਆਂ ਗੱਲਾਂ ਅਲਫ ਖਾਨ ਨੇ ਸੁਣੀਆਂ ਹਨ। ਮਨ ਜਾਨ ਮਾਨ ਸਨਮਾਨ ਠਾਨ। ਮਨ ਵਿੱਚ ਚੰਗੀ ਗੱਲ ਜਾਣ ਕੇ ਵੀ ਠੀਕ ਹੈ, ਭੱਜ ਜਾਵਾਂਗੇ, ਜਾਨ ਬਚ ਜਾਏਗੀ, ਨਹੀਂ ਤੇ ਸਵੇਰੇ ਜੰਗ ਦੇ ਮੈਦਾਨ ਦੇ ਵਿੱਚ ਮੌਤ ਪ੍ਰਾਪਤ ਹੋ ਸਕਦੀ ਹੈ।
ਇਹ ਗੱਲ ਅਲਫ ਖਾਨ ਪਠਾਨ ਨੂੰ ਚੰਗੀ ਲੱਗੀ ਹੈ। ਨੀਕੀ ਭਨੰਤ ਹਮ ਆਏ ਫੇਰ। ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਤੁਸੀਂ ਬੜੀ ਚੰਗੀ ਗੱਲ ਕਹੀ ਹੈ, ਅਸੀਂ ਦੁਬਾਰਾ ਫਿਰ ਆਵਾਂਗੇ। ਇਸ ਵਾਰੀ ਜੰਗ ਵਿੱਚ ਹਾਰ ਗਏ ਤਾਂ ਕੀ ਹੋਇਆ, ਦੁਬਾਰਾ ਫਿਰ ਫੌਜ ਲੈ ਕੇ ਆਵਾਂਗੇ, ਫਿਰ ਇਹਨਾਂ ਦੇ ਨਾਲ ਆ ਕੇ ਜੰਗ ਕਰਾਂਗੇ। ਬਹੁ ਦੇ ਦੰਡ ਇਨ ਘੇਰ ਘੇਰ। ਫਿਰ ਇਹਨਾਂ ਨੂੰ ਘੇਰ ਘੇਰ ਕੇ ਦੰਡ ਦੇਵਾਂਗੇ। ਇਸ ਵੇਲੇ ਸਾਡਾ ਜ਼ੋਰ ਨਹੀਂ ਚੱਲਿਆ, ਇਹਨਾਂ ਨੇ ਸਾਨੂੰ ਜੰਗ ਮੈਦਾਨ ਵਿੱਚ ਹਰਾ ਦਿੱਤਾ, ਦੁਬਾਰਾ ਅਸੀਂ ਫਿਰ ਫੌਜ ਲੈ ਕੇ ਆਵਾਂਗੇ। ਅਲਫ ਖਾਨ ਕਹਿ ਰਿਹਾ ਕਿ ਮੈਂ ਦੁਬਾਰਾ ਫਿਰ ਫੌਜ ਲੈ ਕੇ ਆ ਕੇ ਇਹਨਾਂ ਨੂੰ ਘੇਰ ਕੇ ਮਾਰਾਂਗਾ। ਇਮ ਮੰਤਰ ਠਾਨ ਸਾਵਧਾਨ ਹੋਏ। ਇਹ ਮੰਤਰ ਕਰਕੇ, ਮੰਤਰ ਤੋਂ ਭਾਵ ਸਲਾਹ ਕਰਕੇ ਸਾਵਧਾਨ ਹੋ ਗਏ। ਕਾਹਦੇ ਵਾਸਤੇ? ਭੱਜਣ ਵਾਸਤੇ, ਦੌੜਨ ਵਾਸਤੇ ਸਾਵਧਾਨ ਹੋਏ ਹਨ। ਬਨ ਸ਼ੀਗਰ ਤਿਆਰ ਇਸ ਰੀਤ ਸੋਏ। ਇਸ ਤਰ੍ਹਾਂ ਕਹਿਣ ਲੱਗੇ ਬੜੀ ਸ਼ੀਘਰਤਾਈ ਦੇ ਨਾਲ, ਬੜੀ ਛੇਤੀ ਦੇ ਨਾਲ ਇਸ ਰੀਤ ਨਾਲ ਤਿਆਰ ਹੋਏ ਹਨ। ਇੱਕ ਨਰ ਬਿਠਾਏ ਉੱਚੇ ਸਥਾਨ। ਇੱਕ ਮਨੁੱਖ ਨੂੰ ਉੱਚੀ ਥਾਂ ਤੇ ਬਿਠਾਇਆ। ਭੱਜਣ ਤੋਂ ਪਹਿਲਾਂ ਸਾਵਧਾਨੀਆਂ ਵਰਤੀਆਂ, ਸਾਡਾ ਕਿਸੇ ਨੂੰ ਪਤਾ ਵੀ ਨਾ ਲੱਗੇ, ਔਰ ਭੱਜਣ ਵਿੱਚ ਕਾਮਯਾਬ ਹੋ ਜਾਈਏ। ਇੱਕ ਮਨੁੱਖ ਨੂੰ ਉੱਚੀ ਥਾਂ ਦੇ ਉੱਪਰ ਧਿਆਨ ਵਾਸਤੇ ਬਿਠਾਇਆ ਹੈ। ਤਿਸ ਅਗਰ ਧਰਿਓ ਦੁੰਦਬ ਮਹਾਨ। ਉਹਦੇ ਅੱਗੇ ਇੱਕ ਵੱਡਾ ਨਗਾਰਾ ਰੱਖਿਆ। ਨਗਾਰਾ ਰੱਖਣ ਦਾ ਕਾਰਨ ਇਹ ਸੀ ਵੀ ਦੁਸ਼ਮਣ ਨੂੰ ਇਹ ਲੱਗੇ ਵੀ ਅਸੀਂ ਭੱਜੇ ਨਹੀਂ, ਅਜੇ ਬੈਠੇ ਹੋਏ ਹਾਂ ਆਪਣੇ ਮੋਰਚੇ ਦੇ ਵਿੱਚ। ਦੁਸ਼ਮਣ ਨੂੰ ਇਹ ਭੁਲੇਖਾ ਪੈਂਦਾ ਰਵੇ ਤੇ ਅਸੀਂ ਰਾਤੋਂ ਰਾਤ ਦੌੜ ਜਾਈਏ। ਇਹ ਸਲਾਹ ਕਰਕੇ ਜਿੱਥੇ ਆਪਣਾ ਇਹਨਾਂ ਦਾ ਮੋਰਚਾ ਹੈ ਨਾ, ਜੰਗ ਲੜਨ ਵਾਲਾ, ਉੱਚੀ ਥਾਂ ਤੇ, ਉੱਥੇ ਇੱਕ ਵਿਅਕਤੀ ਨੂੰ ਬਿਠਾ ਕੇ ਉਹਨੂੰ ਨਗਾਰਾ ਦਿੱਤਾ ਵੀ ਤੂੰ ਸਾਰੀ ਰਾਤ ਇਸ ਨਗਾਰੇ ਨੂੰ ਵਜਾਉਣਾ ਹੈ। ਸਭ ਨਿਸਾ ਬਜਾਵਤ ਰਹੋ ਇਹ। ਉਸ ਨੂੰ ਇਹ ਗੱਲ ਆਖੀ ਹੈ ਵੀ ਤੂੰ ਸਾਰੀ ਰਾਤ ਇਸ ਨਗਾਰੇ ਨੂੰ ਵਜਾਉਂਦੇ ਰਹਿਣਾ, ਤਾਂ ਕਿ ਦੁਸ਼ਮਣ ਨੂੰ ਪਤਾ ਲੱਗੇ ਵੀ ਅਸੀਂ ਮੈਦਾਨ ਵਿੱਚ ਸਵੇਰੇ ਲੜਨ ਵਾਸਤੇ ਉਤਰਾਂਗੇ, ਅਸੀਂ ਆਪਣੇ ਮੋਰਚਿਆਂ ਵਿੱਚ ਬੈਠੇ ਹਾਂ, ਭੱਜੇ ਨਹੀਂ। ਇਹ ਦੁਸ਼ਮਣ ਨੂੰ ਭੁਲੇਖਾ ਰਹਿਣਾ ਚਾਹੀਦਾ ਹੈ। ਜਬ ਲਖੈ ਪ੍ਰਾਤ ਉਠ ਤਿਆਗ ਦੇਹੋ। ਤੇ ਜਦੋਂ ਤੈਨੂੰ ਪਤਾ ਲੱਗ ਗਿਆ ਵੀ ਦਿਨ ਚੜ੍ਹ ਗਿਆ ਤੇ ਫਿਰ ਤੂੰ ਵੀ ਨਗਾਰਾ ਛੱਡ ਕੇ ਭੱਜ ਆਈ। ਇੱਕ ਬੰਦੇ ਦਾ ਭੱਜਣਾ ਸੌਖਾ ਹੈ, ਫੌਜ ਲੈ ਕੇ ਭੱਜਣਾ ਔਖਾ ਹੈ। ਫੌਜ ਨੂੰ ਹੁਰੇ ਜਾਣ ਵਾਸਤੇ ਆਪਾਂ ਤੋਰ ਦਈਏ, ਆਪਾਂ ਵੀ ਰਾਤੋਂ ਰਾਤ ਭੱਜ ਚੱਲੀਏ। ਇੱਕ ਵਿਅਕਤੀ ਨੂੰ ਨਗਾਰਾ ਦੇ ਕੇ ਆਖਿਆ ਤੂੰ ਵਜਾਉਂਦਾ ਰਹਿ ਰਾਤ ਨੂੰ ਨਗਾਰਾ, ਦੁਸ਼ਮਣ ਨੂੰ ਭੁਲੇਖਾ ਪੈਂਦਾ ਰਵੇ ਵੀ ਅਸੀਂ ਇੱਥੇ ਹੀ ਬੈਠੇ ਹਾਂ। ਜਦੋਂ ਵੇਖੇਗਾ ਵੀ ਹੁਣ ਦਿਨ ਚੜ੍ਹਨ ਵਾਲਾ ਹੋ ਗਿਆ, ਤੂੰ ਵੀ ਉਸ ਵੇਲੇ ਨਗਾਰਾ ਛੱਡ ਕੇ ਦੌੜ ਜਾਣਾ ਹੈ। ਚੱਲ ਆਓ ਭਾਜ ਸਮਝਾਏ ਤਾਂ ਤੇ ਹੈ। ਚੰਗੀ ਤਰ੍ਹਾਂ ਉਹਨੂੰ ਸਮਝਾ ਦਿੱਤਾ ਵੀ ਤੂੰ ਵੀ ਭੱਜ ਜਾਣਾ, ਬੈਠਾ ਨਾ ਰਹੀਂ, ਦੁਸ਼ਮਣ ਦੇ ਘੇਰੇ ਵਿੱਚ ਨਾ ਆ ਜਾਵੇਂ। ਤੂੰ ਕੇਵਲ ਉਹਨਾਂ ਨੂੰ ਭੁਲੇਖਾ ਦੇਣ ਵਾਸਤੇ ਇੱਥੇ ਬੈਠਣਾ, ਨਗਾਰਾ ਵਜਾਉਣਾ ਹੈ। ਜਦੋਂ ਵੇਖੇਗਾ ਵੀ ਹੁਣ ਦਿਨ ਚੜ੍ਹਨ ਵਾਲਾ, ਤੂੰ ਵੀ ਦੌੜ ਜਾਣਾ ਹੈ। ਚੜ ਹੈਨ ਪਿਆਨੇ ਸ਼ੀਗਰ ਮਾਹੇ। ਇਸ ਤਰ੍ਹਾਂ ਕਹਿਣ ਲੱਗੇ ਗੁਰਮੁਖੋ, ਇਹ ਜਿਹੜਾ ਅਲਫ ਖਾਨ ਨਾਮ ਦਾ ਪਠਾਨ ਸੀ ਨਾ, ਔਰੰਗਜ਼ੇਬ ਦੇ ਵੱਲੋਂ ਆਇਆ, ਇਹਦੇ ਨਾਲ ਕਟੋਚੀਆ ਰਾਜਾ ਇਹ ਛੇਤੀ ਨਾਲ ਤਿਆਰ ਹੋ ਕੇ ਆਪਣੇ ਘੋੜਿਆਂ ਤੇ ਬੈਠੇ ਹਨ। ਤਸ ਕਰਨ ਗਤੀ ਸਭ ਆਪਨ ਧਾਰ। ਇਹ ਕਹਿਣ ਲੱਗੇ ਉਸ ਵੇਲੇ ਚੋਰਾਂ ਵਾਂਗ ਭੱਜੇ। ਕਿਵੇਂ ਨੇ? ਜਿਵੇਂ ਚੋਰ ਭੱਜਦਾ ਨਾ, ਲੁਕ ਲੁਕ ਕੇ, ਨੀਵਾਂ ਹੋ ਕੇ, ਛੁਪ ਛੁਪ ਕੇ, ਕਿ ਮੈਨੂੰ ਕੋਈ ਵੇਖ ਨਾ ਲਵੇ। ਜਿਹੜੇ ਕਹਿੰਦੇ ਸਨ ਵੀ ਅਸੀਂ ਬੜੇ ਜੰਗ ਮੈਦਾਨ ਜਿੱਤੇ ਨੇ, ਸਾਨੂੰ ਬੜੇ ਜੰਗ ਲੜਨੇ ਆਉਂਦੇ, ਸਾਡੇ ਕੋਲ ਬੜੇ ਮਹਿੰਗੇ ਸ਼ਸਤਰ ਨੇ, ਸਾਨੂੰ ਚਲਾਉਣ ਦਾ ਬੜਾ ਤਜਰਬਾ ਹੈ, ਅੱਜ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਲੁਕ ਲੁਕ ਕੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੌਫ ਹੀ ਇੰਨਾ, ਡਰ ਇੰਨਾ, ਚੋਰਾਂ ਦੇ ਵਾਂਗੂ ਲੁਕ ਲੁਕ ਕੇ, ਨੀਵੇਂ ਹੋ ਕੇ ਭੱਜੇ ਜਾਂਦੇ ਹਨ। ਕਰ ਮੌਨ ਵਹਿਰ ਨਿਕਸੇ ਪਧਾਰ। ਅਤੇ ਸਾਰੇ ਚੁੱਪ ਨੇ, ਕੋਈ ਨਹੀਂ ਮੂੰਹੋਂ ਬੋਲਦਾ, ਕਿ ਬੋਲਿਆ ਕਿਤੇ ਆਵਾਜ਼ ਸਾਡੀ ਦੁਸ਼ਮਣ ਤੱਕ ਨਾ ਪਹੁੰਚਣਾ ਕਰੇ। ਨਹਿ ਲਖੇ ਜਾਤ ਗਮਨੇ ਸੋ ਧਾਮ। ਇਸ ਤਰ੍ਹਾਂ ਕੋਈ ਸਾਨੂੰ ਜਾਣੇ ਨਾ ਵੀ ਅਸੀਂ ਮੈਦਾਨ ਛੱਡ ਕੇ ਘਰ ਨੂੰ ਚੱਲੇ ਹਾਂ। ਗੁਰ ਆਦ ਇਹਨੋ ਸਭ ਕਰ ਆਰਾਮ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਤੇ ਮਹਾਰਾਜ ਦੀ ਫੌਜ ਜਿਹੜੀ ਹੈ ਨਾ, ਆਰਾਮ ਕਰਦੀ ਰਵੇ। ਸਤਿਗੁਰੂ ਵੀ ਆਪਣੇ ਸਿਵਰ ਦੇ ਵਿੱਚ ਆਪਣੇ ਟਿਕਾਣੇ ਤੇ ਆਰਾਮ ਕਰਦੇ ਰਹਿਣ, ਔਰ ਬਾਕੀ ਜਿਹੜੇ ਰਾਜੇ ਨੇ ਮਹਾਰਾਜ ਦੀ, ਜਿਨ੍ਹਾਂ ਦੀ ਮਦਦ ਕੀਤੀ ਹੈ, ਉਹ ਵੀ ਆਰਾਮ ਕਰਦੇ ਰਹਿਣ, ਸਾਡੇ ਜਾਣ ਦਾ ਕਿਸੇ ਨੂੰ ਪਤਾ ਨਾ ਲੱਗੇ। ਜਬ ਭਈ ਭੋਰ ਦੁੰਦਬ ਸੁਨੰਤ। ਜਦੋਂ ਇਸ ਤਰ੍ਹਾਂ ਕਹਿਣ ਲੱਗੇ, ਭੋਰ ਹੋਈ ਗੁਰਮੁਖੋ, ਦਿਨ ਚੜਿਆ ਤੇ ਨਗਾਰੇ ਦੂਰ ਦੂਰ ਤੱਕ ਸੁਣਾਈ ਦਿੰਦੇ ਹਨ। ਵਿੱਚ ਹੈ ਮਵਾਸ ਸਗਰੇ ਪਨੰਤ। ਤੇ ਇਹ ਜਿਹੜੇ ਭੀਮ ਚੰਦ ਵਰਗੇ ਰਾਜੇ ਸਨ, ਉਹਨਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਨਗਾਰਾ ਹਾਲੇ ਵੱਜਦਾ ਪਿਆ, ਸਾਡਾ ਦੁਸ਼ਮਣ ਹਾਲੇ ਮੈਦਾਨ ਛੱਡ ਕੇ ਨਹੀਂ ਗਿਆ, ਤੇ ਅਸੀਂ ਸਵੇਰੇ ਇਹਨਾਂ ਨਾਲ ਜੰਗ ਕਰਨਾ। ਇਹ ਤੇ ਐਸੀਆਂ ਤਿਆਰੀਆਂ ਰਾਤ ਸੋਚਦੇ ਪਏ,
ਪਰ ਭੁਲੇਖਾ ਪਾ ਕੇ ਦੁਸ਼ਮਣ ਜਿਹੜਾ ਹੈ ਮੈਦਾਨ ਵਿੱਚੋਂ ਭੱਜ ਗਿਆ ਹੈ। ਤਬ ਗਇਓ ਬਜਾਵਨ ਹਾਰ ਭਾਜ। ਜਦੋਂ ਦਿਨ ਚੜਿਆ ਨਾ ਗੁਰਮੁਖੋ, ਪਤਾ ਲੱਗਾ ਵੀ ਹੁਣ ਦਿਨ ਦਾ ਪ੍ਰਕਾਸ਼ ਸ਼ੁਰੂ ਹੋ ਗਿਆ, ਉਹ ਜਿਹੜਾ ਨਗਾਰਾ ਵਜਾਉਣ ਵਾਲਾ ਸੀ ਉਹ ਨਗਾਰਾ ਛੱਡ ਕੇ ਉਹ ਵੀ ਘੋੜੇ ਤੇ ਚੜਿਆ ਤੇ ਭੱਜ ਗਿਆ। ਸਾਰੇ ਉੱਥੋਂ ਦੌੜ ਗਏ ਹਨ। ਅਬ ਲੋਕ ਲੀਨ ਸੂਨੋ ਸਮਾਜ। ਤੇ ਜਿਸ ਵੇਲੇ ਦਿਨ ਚੜਿਆ, ਭੀਮ ਚੰਦ ਰਾਜੇ ਨੇ ਆਖਿਆ ਚਲੋ ਦੁਸ਼ਮਣ ਜਿਹੜਾ ਥੋੜਾ ਬਹੁਤਾ ਬਚਿਆ ਉਹਦੇ ਨਾਲ ਜੰਗ ਕਰਕੇ ਮਾਰੀਏ। ਤੇ ਜਦੋਂ ਗਏ ਜੰਗ ਕਰਨ ਵਾਸਤੇ, ਕੀ ਵੇਖਦੇ ਸਾਰੀ ਥਾਂ ਹੀ ਖਾਲੀ ਪਈ ਹੈ, ਸੁੰਨ ਮਸੁੰਨ ਪਿਆ। ਜਿਹੜੇ ਉੱਥੇ ਰਾਤੀ ਬੈਠੇ ਸਨ ਉਹ ਰਾਤੋਂ ਰਾਤ ਹੀ ਦੌੜ ਗਏ, ਸਾਰਾ ਮੈਦਾਨ ਖਾਲੀ ਹੈ। ਰਿਪ ਗਏ ਭਾਗ ਤਜ ਲਾਜ ਦੀਨ। ਇੱਕ ਦੂਜੇ ਨੂੰ ਆਖਦੇ ਨੇ ਦੁਸ਼ਮਣ ਭੱਜ ਗਿਆ ਔਰ ਲਾਜ ਛੱਡ ਕੇ ਭੱਜਾ। ਲਾਜ ਤੋਂ ਭਾਵ ਸ਼ਰਮ ਛੱਡ ਕੇ, ਸ਼ਰਮ ਨਹੀਂ ਆਈ ਭੱਜਾਂਗੇ ਲੋਕ ਕੀ ਕਹਿਣਗੇ, ਇਸ ਗੱਲ ਦਾ ਕੋਈ ਪਰਵਾਹ ਨਹੀਂ ਕੀਤੀ ਹੈ। ਦੁਸ਼ਮਣ ਭੱਜ ਗਏ ਹਨ। ਗਾ ਅਲਫ ਖਾਨ ਖਾਨਾਨ ਲੀਨ। ਜਿਹੜਾ ਅਲਫ ਖਾਨ ਪਠਾਨ ਹੈ ਆਪਣੇ ਨਾਲ ਬਾਕੀ ਪਠਾਨਾਂ ਨੂੰ ਲੈ ਕੇ ਦੌੜ ਗਿਆ ਹੈ। ਨੈ ਥਿਰ ਕਟੋਚੀਆ ਧੀਰ ਧਾਰ। ਤੇ ਨਾ ਹੀ ਇਸ ਵੇਲੇ ਉੱਥੇ ਮੈਦਾਨ ਦੇ ਵਿੱਚ ਕਟੋਚੀਆ ਰਾਜਾ ਕਿਰਪਾਲ ਚੰਦ ਹੈ, ਨਾ ਹੀ ਕਿਰਪਾਲ ਚੰਦ ਰਾਜਾ ਉੱਥੇ ਰਹਿ ਗਿਆ, ਨਾ ਹੀ ਅਲਫ ਖਾਨ ਰਹਿ ਗਿਆ। ਇਹ ਦੋ ਜਾਣੇ ਸਨ ਤੇ ਤੀਜਾ ਇਹਨਾਂ ਦੇ ਨਾਲ ਸੀ ਬਿਜੜਵਾਲੀਆ ਰਾਜਾ। ਇਹ ਤਿੰਨ ਜਾਣੇ ਫੌਜ ਲੈ ਕੇ ਆਏ ਸਨ ਭੀਮ ਚੰਦ ਨਾਲ ਲੜਨ ਵਾਸਤੇ। ਭੀਮ ਚੰਦ ਦੀ ਮਦਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤੀ ਹੈ। ਬਿਜੜਵਾਲੀਆ ਰਾਜਾ ਜੰਗ ਮੈਦਾਨ ਵਿੱਚ ਮਾਰਿਆ ਗਿਆ। ਇਹ ਜਿਹੜੇ ਦੋ ਬਚ ਗਏ ਸਨ, ਰਾਤੋਂ ਰਾਤ ਮੈਦਾਨ ਛੱਡ ਕੇ ਦੌੜ ਗਏ ਹਨ। ਨਹਿ ਅਰੇ ਮੂੜ ਗੀਦੀ ਗਵਾਰ। ਇਹ ਗੀਦੀ ਨੇ, ਗਿੱਦੜ ਨੇ, ਗਵਾਰ ਮੂਰਖ ਨੇ, ਅੜੇ ਨਹੀਂ। ਜੰਗ ਦੇ ਵਿੱਚ ਜਿੱਤ ਹਾਰ ਤੇ ਬਣੀ ਹੈ, ਮੁਕਾਬਲੇ ਵਿੱਚ ਇੱਕ ਜਿੱਤਦਾ ਇੱਕ ਹਾਰਦਾ, ਇਹ ਤੇ ਬਣਿਆ ਹੀ ਹੈ, ਦਸਤੂਰ ਹੈ। ਪਰ ਮੂਰਖ ਹਾਰਨ ਨਾਲੋਂ ਵੀ ਗਿੱਦੜ ਹੀ ਬਣੇ। ਹਾਰ ਵੀ ਪਸੰਦ ਨਹੀਂ ਆਈ, ਮੈਦਾਨ ਵਿੱਚੋਂ ਦੌੜ ਗਏ ਹਨ। ਤਬ ਸਰਬ ਬਾਹਿਨੀ ਕੇਰ ਬੀਰ। ਉਸ ਵੇਲੇ ਸਾਰੀ ਫੌਜ ਦੇ ਜਿੰਨੇ ਸੂਰਮੇ ਹਨ, ਓਏ ਸਨਦ ਬੱਧ ਗੇ ਬਾਰ ਧੀਰ। ਹੋਏ ਸਨੱਧ ਬੱਧ, ਤਿਆਰ ਬਰ ਤਿਆਰ ਹੋ ਕੇ ਉਸ ਵੇਲੇ ਦੁਸ਼ਮਣ ਨੂੰ ਲੱਭਣ ਵਾਸਤੇ ਤੁਰੇ ਫਿਰਦੇ ਹਨ। ਸਭ ਹੂਨ ਜਾਏ ਲੀਨੋ ਨਿਹਾਰ। ਜਦੋਂ ਸੂਰਮੇ ਤਿਆਰ ਹੋ ਕੇ ਸ਼ਸਤਰ ਚੁੱਕ ਕੇ ਗਏ ਨਾ ਦੁਸ਼ਮਣ ਨੂੰ ਮਾਰਨ ਵਾਸਤੇ, ਤੇ ਕੀ ਵੇਖਦੇ ਵੀ ਸਭ ਕੁਝ ਸੁੰਨਾ ਹੀ ਪਿਆ। ਇੱਥੇ ਦੁਸ਼ਮਣ ਤੇ ਕੀ, ਦੁਸ਼ਮਣ ਦਾ ਘੋੜਾ ਵੀ ਨਹੀਂ ਉੱਥੇ ਰਹਿ ਗਿਆ, ਸਾਰੇ ਦੌੜ ਗਏ ਹਨ। ਔਰ ਭੀਰ ਭੂਰ ਭਾਜੇ ਵਿਚਾਰ। ਹਿਰਦੇ ਵਿੱਚ ਬਹੁਤ ਜ਼ਿਆਦਾ ਡਰ ਰੱਖ ਕੇ ਇਹ ਜਿਹੜੇ ਕਾਇਰ ਮਨਾਂ ਵਾਲੇ ਸਨ ਰਾਤੋਂ ਰਾਤ ਉੱਥੋਂ ਦੌੜ ਗਏ, ਭੱਜ ਗਏ ਹਨ। ਮਨ ਹਰਖ ਧਾਰ ਕਰ ਜੀਤ ਬਾਤ। ਕਹਿਣ ਲੱਗੇ ਮਨ ਵਿੱਚ ਬੜੀ ਖੁਸ਼ੀ ਦੀਆਂ ਗੱਲਾਂ ਵੀ ਅਸੀਂ ਜਿੱਤ ਗਏ। ਹੁਣ ਭੀਮ ਚੰਦ ਰਾਜੇ ਦੀ ਫੌਜ ਨੂੰ ਵੀ ਖੁਸ਼ੀ ਹੈ ਵੀ ਅਸੀਂ ਜੰਗ ਮੈਦਾਨ ਵਿੱਚੋਂ ਜਿੱਤੇ ਹਾਂ। ਸੁਨ ਭੀਮ ਚੰਦ ਆਨੰਦ ਗਾਤ। ਕਹਿਣ ਲੱਗੇ ਭੀਮ ਚੰਦ ਰਾਜਾ ਸੁਣ ਕੇ ਬੜੇ ਆਨੰਦ ਦੇ ਸਮੇਤ, ਬੜੀ ਖੁਸ਼ੀ ਦੇ ਸਮੇਤ ਹੈ। ਤਬ ਨਿਕਟ ਨਦਾਉਣ ਡੇਰਾ ਸੋਡਾਰ। ਇਹ ਨਦੌਣ ਨਾਮ ਦਾ ਗੁਰਮੁਖੋ ਇਲਾਕਾ ਹੈ ਵੀ ਉੱਥੇ ਮਹਾਰਾਜ ਡੇਰਾ ਕਰਕੇ ਬੈਠੇ ਸਨ। ਨਿਸ਼ਚਿੰਤ ਹੋਏ ਲਹਿ ਜੀਤ ਅਸਾਰ। ਤੇ ਫਿਰ ਸਾਰੇ ਚਿੰਤਾ ਤੋਂ ਰਹਿਤ ਹੋ ਗਏ, ਚਿੰਤਾ ਖਤਮ ਹੋ ਗਈ ਵੀ ਆਪਾਂ ਜੰਗ ਮੈਦਾਨ ਜਿੱਤ ਲਿਆ ਹੈ। ਸੁੰਦਰ ਤੁਰੰਗ ਸਰਤਾ ਬਿਲੋਕ। ਸੋਹਣੇ ਘੋੜੇ, ਸੋਹਣੀ ਨਦੀ ਵੇਖ ਕੇ ਜਲ ਬਿਮਲ ਬਿਪਾਸਾ ਚਲ ਅਰੋਕ। ਇੱਥੋਂ ਬਿਆਸਾ ਨਦੀ ਜਿਹੜੀ ਹੈ ਨਾ, ਬਿਆਸ ਦਰਿਆ ਪੰਜ ਨੂੰ ਆਖਦੇ ਆ, ਪਹਾੜਾਂ ਵਿੱਚੋਂ ਨਿਕਲ ਕੇ ਆਉਂਦਾ। ਕਹਿਣ ਲੱਗੇ ਵੀ ਬਿਆਸ ਨਦੀ ਦਾ ਸੋਹਣਾ ਉਜਲ ਜਲ ਦੇਖ ਕੇ ਤਿਸ ਤੀਰ ਧੀਰ ਗੁਰ ਥਾਂ ਕਨੀਕ। ਸਤਿਗੁਰੂ ਪਾਤਸ਼ਾਹ ਇਸ ਨਦੀ ਦੇ ਕਿਨਾਰੇ ਕੁਝ ਸਮਾਂ ਆਰਾਮ ਕਰਨ ਵਾਸਤੇ ਟਿਕੇ। ਇਹ ਜੋ ਬਿਆਸਾ ਨਦੀ ਸਮੁੰਦਰਾਂ ਪਹਾੜਾਂ ਵਿੱਚੋਂ ਨਿਕਲ ਕੇ ਆਉਂਦੀ ਹੈ, ਇਹਦੇ ਕਿਨਾਰੇ ਨੂੰ ਸੋਹਣਾ ਜਿਹਾ ਵੇਖ ਕੇ, ਰਮਣੀਕ ਜਗ੍ਹਾ ਵੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੰਗ ਜਿੱਤਣ ਤੋਂ ਮਗਰੋਂ ਇੱਥੇ ਕੁਝ ਸਮਾਂ ਠਹਿਰਨ ਵਾਸਤੇ ਬੈਠੇ ਹਨ। ਇੱਕ ਸਿਵਰ ਕੀਨ ਉਤਰੀ ਅਨੇਕ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਫੌਜ ਸਤਿਗੁਰਾਂ ਨੂੰ ਇੱਥੇ ਆਰਾਮ ਕਰਨ ਵਾਸਤੇ, ਰੁਕਣ ਵਾਸਤੇ ਫੌਜਾਂ ਵੀ ਨਾਲ ਹੀ ਰੁਕ ਗਈਆਂ। ਮਹਾਰਾਜ ਦੇ ਸੂਰਮੇ ਵੀ ਨਾਲ ਹੀ ਇੱਥੇ ਡੇਰਾ ਲਾ ਕੇ ਬੈਠੇ ਹਨ। ਜਸ ਕਰੇ ਸਕਲ ਪ੍ਰਭ ਕੋ ਵਿਸਾਲ। ਸਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਸ ਕਰਦੇ। ਗੁਰਮੁਖੋ ਜਸ ਕਰਨ ਵੀ ਕਿਉਂ ਨਾ, ਕਿਉਂਕਿ ਇਹ ਜੰਗ ਜਿੱਤਿਆ ਹੀ 10ਵੇਂ ਪਾਤਸ਼ਾਹ ਨੇ। ਭੀਮ ਚੰਦ ਰਾਜੇ ਦੀ ਫੌਜ ਤੇ ਮਾਰ ਖਾ ਕੇ ਪਿੱਛੇ ਮੁੜ ਪਈ ਹੈ। ਇੱਥੋਂ ਤੱਕ ਕਿ ਮੈਦਾਨ ਵਿੱਚੋਂ ਭੱਜ ਹੀ ਚੱਲੇ ਸਨ। ਫਿਰ ਭੀਮ ਚੰਦ ਰਾਜੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਯਾਦ ਕੀਤਾ, ਮਹਾਰਾਜ ਤੁਹਾਡੇ ਬਿਨਾਂ ਮੋਰਚਾ ਫਤਿਹ ਨਹੀਂ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਆਪ ਘੋੜੇ ਤੇ ਚੜ੍ਹ ਕੇ ਮਹਾਰਾਜ ਨੇ ਫਿਰ ਐਸਾ ਤੀਰ ਚਲਾਇਆ ਕਿ ਜਿਹੜਾ ਬਿਜੜਵਾਲੀਆ ਰਾਜਾ ਸੀ ਨਾ, ਉਹਦਾ ਸੀਨਾ ਪਾੜ ਕੇ ਤੇ ਮੌਤ ਦੇ ਘਾਟ ਉਤਾਰਿਆ। ਇਸ ਤਰ੍ਹਾਂ ਫਿਰ ਭੀਮ ਚੰਦ ਰਾਜਾ ਜੰਗ ਜਿੱਤਿਆ।
ਸਾਰੇ ਜਿੰਨੇ ਸੂਰਮੇ ਨੇ ਉਹ ਮਹਾਰਾਜ ਨੂੰ ਕਹਿ ਰਹੇ ਨੇ, ਸਤਿਗੁਰੂ ਤੁਹਾਡੇ ਕਰਕੇ ਜੰਗ ਵਿੱਚ ਜਿੱਤ ਹੋਈ ਹੈ। ਸੇਵਕ ਨਿਵਾਜ ਰਿਪ ਕੋ ਕਰਾਲ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੇ ਸੇਵਕਾਂ ਨੂੰ ਨਿਵਾਜਿਆ, ਜਿੱਤ ਪ੍ਰਾਪਤ ਕਰਵਾਈ ਹੈ। ਜਿਹੜੇ ਸ਼ਤਰੂ ਦੁਸ਼ਮਣ ਨੇ ਉਹਨਾਂ ਨੂੰ ਆਪ ਜੀਆਂ ਨੇ ਬੜਾ ਭਿਆਨਕ ਇਹ ਸਰੂਪ ਦਿਖਾ ਕੇ ਮਾਰ ਕੇ ਜਮ ਦੇ ਲੋਕ ਨੂੰ ਭੇਜਿਆ ਹੈ। ਇੱਕ ਦਿਨ ਬਿਤਾਏ ਕਰ ਖਾਨ ਪਾਨ। ਇੱਕ ਦਿਨ ਮਹਾਰਾਜ ਨੇ ਇੱਥੇ ਬਤੀਤ ਕੀਤਾ, ਨਦੌਣ ਨਾਮ ਦੇ ਇਲਾਕੇ ਵਿੱਚ ਬਿਆਸ ਨਦੀ ਦੇ ਕਿਨਾਰੇ ਤੇ ਕੰਢੇ ਤੇ ਮਹਾਰਾਜ ਇੱਕ ਦਿਨ ਬਤੀਤ ਕਰਕੇ ਸਤ ਗੁਰ ਬਿਰਾਜ ਊਚੇ ਸਥਾਨ। ਮਹਾਰਾਜ ਉੱਚੀ ਥਾਂ ਦੇ ਉੱਪਰ ਬਰਾਜੇ ਹੋਏ ਹਨ। ਬਖਰੇ ਤਰੋਵਰ ਸਹਿਤ ਸੈਲ। ਇੱਥੇ ਬਹੁਤ ਜ਼ਿਆਦੇ ਰੁੱਖ ਜਿਹੜੇ ਸਹਿਤ ਫਲਾਂ ਦੇ, ਸਹਿਤ ਫੁੱਲਾਂ ਦੇ, ਸਹਿਤ ਪੱਤਿਆਂ ਦੇ ਹਨ। ਸਲਤਾ ਸਵੇਗ ਕੀ ਕਰਤ ਸੈਲ। ਤੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨਦੀ ਦੀ ਸੈਰ ਕਰਦੇ। ਨਦੀ ਦਾ ਪਾਣੀ ਬੜਾ ਸਾਫ਼ ਤੇ ਉਜਲਾ ਹੈ, ਬੜਾ ਤੇਜ਼ ਪਾਣੀ ਚੱਲਦਾ ਹੈ ਇਸ ਬਿਆਸ ਨਦੀ ਦਾ ਪਹਾੜਾਂ ਦੇ ਵਿੱਚੋਂ। ਤੇ ਸਤਿਗੁਰੂ ਜੀ ਉਹਦੇ ਕਿਨਾਰੇ ਦੇ ਉੱਪਰ ਸੈਰ ਕਰਦੇ ਪਏ ਹਨ। ਦਿਨ ਕਿਤਕ ਕੀਨ ਡੇਰਾ ਮੁਕਾਮ। ਸਤਿਗੁਰੂ ਪਾਤਸ਼ਾਹ ਇੱਕ ਦਿਨ ਤੋਂ ਬਾਅਦ ਵਿੱਚ ਦੂਜਾ ਦਿਨ ਤੇ ਦੂਜੇ ਤੋਂ ਬਾਅਦ ਵਿੱਚ ਤੀਜਾ ਦਿਨ, ਕੁਝ ਕੁ ਦਿਨ ਮਹਾਰਾਜ ਉੱਥੇ ਹੀ ਟਿਕੇ। ਸੂਰਮਿਆਂ ਨੂੰ ਕਹਿਣ ਲੱਗੇ ਚੱਲਾਂਗੇ ਅਨੰਦਪੁਰ ਸਾਹਿਬ ਨੂੰ ਥੋੜ੍ਹੇ ਦਿਨ ਖੜ੍ਹ ਕੇ, ਇਹ ਜਗ੍ਹਾ ਬੜੀ ਸੋਹਣੀ ਹੈ, ਇੱਥੇ ਆਪਾਂ ਕੁਝ ਸਮਾਂ ਰਹਿਣਾ ਹੈ। ਕੁਝ ਦਿਨ ਮਹਾਰਾਜ ਸਾਹਿਬ ਜੀ ਉਸ ਨਦੀ ਦੇ ਕਿਨਾਰੇ ਤੇ ਬਰਾਜੇ ਹਨ। ਰਾਜਨ ਦਿਖਾਏ ਆਪਣੇ ਸੋ ਧਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਇਹ ਜਿਹੜੇ ਰਾਜੇ ਨੇ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਓ ਸਾਡੇ ਘਰਾਂ ਵਿੱਚ ਚਰਨ ਪਾ ਕੇ ਸਾਡੇ ਘਰ ਦੇਖਣਾ ਕਰੋ। ਪ੍ਰਭ ਕੋ ਪ੍ਰਸੰਨ ਸਭ ਭਾਂਤ ਕੀਨ। ਸਤਿਗੁਰਾਂ ਨੂੰ ਸਾਰੇ ਤਰੀਕਿਆਂ ਨਾਲ ਇਹਨਾਂ ਨੇ ਪ੍ਰਸੰਨ ਕੀਤਾ, ਖੁਸ਼ ਕੀਤਾ ਹੈ। ਬਹੁਤ ਸੁਜਸ ਕਹੈ ਬਨ ਅਗਰ ਦੀਨ। ਤੇ ਸਤਿਗੁਰਾਂ ਦੇ ਅੱਗੇ ਬੜੇ ਦੀਨ ਬਣ ਕੇ, ਬੜੇ ਗਰੀਬ ਬਣ ਕੇ, ਬੜੀ ਨਿਮਰਤਾ ਦੇ ਨਾਲ ਮਹਾਰਾਜ ਦੇ ਅੱਗੇ ਜਸ ਕਰਦੇ, ਵਡਿਆਈ ਕਰਦੇ ਹਨ। ਰਿਪ ਬ੍ਰਿੰਦ ਸਰਬ ਭੈ ਭੀਤ ਹੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਸਾਰੇ ਦੁਸ਼ਮਣ ਜਿਹੜੇ ਨੇ ਭੈ ਭੀਤ ਡਰਦੇ ਸਮੇਤ ਹੋਏ ਹਨ। ਤੁਮਰੇ ਪ੍ਰਤਾਪ ਭਾਗੇ ਸੋ ਜੋਏ। ਇਹ ਰਾਜਾ ਭੀਮ ਚੰਦ ਕਹਿ ਰਿਹਾ, ਮਹਾਰਾਜ ਤੁਹਾਡੇ ਪ੍ਰਤਾਪ ਕਰਕੇ, ਤੁਹਾਡੀ ਕਿਰਪਾ ਦੇ ਨਾਲ ਇਹ ਜੰਗ ਜਿੱਤਿਆ। ਗੁਰਮੁਖੋ ਪਹਿਲਾਂ ਇਹ ਰਾਜਾ ਮਹਾਰਾਜ ਦਾ ਮਿੱਤਰ ਬਣਿਆ, ਥੋੜੇ ਸਮੇਂ ਬਾਅਦ ਹੀ ਮਹਾਰਾਜ ਦਾ ਦੁਸ਼ਮਣ ਬਣ ਗਿਆ। ਪੌਂਟਾ ਸਾਹਿਬ ਦਾ ਜੰਗ ਕਰਵਾਉਂਦਾ ਪਿਆ। ਜੰਗ ਦੇ ਵਿੱਚੋਂ ਹਾਰ ਖਾ ਕੇ ਫਿਰ ਵੇਖ ਲਿਆ ਵੀ ਮੇਰਾ ਗੁਰੂ ਅੱਗੇ ਜ਼ੋਰ ਨਹੀਂ ਚੱਲੇਗਾ। ਫਿਰ ਇਸ ਨੇ ਆਪਣਾ ਰੂਪ ਬਦਲਿਆ, ਮਹਾਰਾਜ ਦਾ ਫਿਰ ਮਿੱਤਰ ਬਣ ਗਿਆ। ਹੁਣ ਮਿੱਤਰ ਬਣ ਕੇ ਤੇ ਮਦਦ ਮੰਗਦਾ ਪਿਆ। ਫਿਰ ਸਮਾਂ ਆਵੇਗਾ ਜਦੋਂ ਇਹੋ ਹੀ ਰਾਜਾ ਫਿਰ ਅਨੰਦਪੁਰ ਸਾਹਿਬ ਨੂੰ ਆ ਕੇ ਘੇਰਾ ਪਾਵੇਗਾ। ਜਿਹੜੇ ਆਪਾਂ ਬਚਨ ਸਰਵਣ ਕਰਦੇ ਨਾ, 22 ਧਾਰ ਦੇ ਪਹਾੜੀ ਰਾਜੇ ਜਿਹੜੇ ਸਨ, ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠੇ, ਉਹਨਾਂ ਵਿੱਚ ਇਹ ਭੀਮ ਚੰਦ ਵੀ ਆ ਕੇ ਬੈਠਾ। ਅਕਿਰਤ ਘਣ ਰਾਜਾ ਹੈ, ਕੀਤੇ ਹੋਏ ਪਾਰੋਪਕਾਰ ਨੂੰ ਭੁੱਲਣ ਵਾਲਾ। ਜੇ ਇਸ ਵੇਲੇ ਸਤਿਗੁਰੂ ਇਹਦੀ ਮਦਦ ਨਾ ਕਰਦੇ ਤੇ ਅਲਫ ਖਾਨ ਪਠਾਨ ਨੇ ਇਸ ਨੂੰ ਜਾਨੋਂ ਮਾਰ ਦੇਣਾ ਸੀ, ਇਸ ਦੀ ਰਿਆਸਤ ਲੁੱਟ ਲੈਣੀ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਿਆਸਤ ਵੀ ਬਚਾਈ ਹੈ, ਰਾਜੇ ਨੂੰ ਵੀ ਬਚਾਇਆ। ਪਰ ਅਕਿਰਤ ਘਨ ਵਿਅਕਤੀ ਸਤਿਗੁਰਾਂ ਦੇ ਇਸ ਪਰਉਪਕਾਰ ਨੂੰ ਬਹੁਤਾ ਸਮਾਂ ਯਾਦ ਨਹੀਂ ਰੱਖੇਗਾ। ਸਮਾਂ ਆਵੇਗਾ ਫਿਰ ਵੈਰ ਕਰਨ ਵਾਸਤੇ ਮਹਾਰਾਜ ਨਾਲ ਜੰਗ ਕਰੇਗਾ। ਅੱਜ ਜੰਗ ਜਿੱਤਿਆ, ਮਹਾਰਾਜ ਦੇ ਅੱਗੇ ਬੇਨਤੀ ਕਰਦਾ, ਸਤਿਗੁਰੂ ਤੁਹਾਡੀ ਕਿਰਪਾ ਨਾਲ ਜਿੱਤੇ ਹਾਂ। ਇਸ ਰੀਤ ਦਿਓਸ ਕੇਤਕ ਬਿਤਾਏ। ਸਤਿਗੁਰਾਂ ਨੇ ਕੁਝ ਦਿਨ ਉੱਥੇ ਨਦੌਣ ਦੀ ਧਰਤੀ ਤੇ ਬਤੀਤ ਕੀਤੇ ਹਨ। ਗੁਰ ਕਰਤ ਆਨੰਦ ਜਲ ਤਟ ਸਹਾਏ। ਤੇ ਸਤਿਗੁਰੂ ਪਾਤਸ਼ਾਹ ਦੀ ਨਦੀ ਦੇ ਕਿਨਾਰੇ ਵਿਚਰਦੇ ਨੇ, ਸੈਰ ਕਰਦੇ ਨੇ, ਬਚਨ ਬਲਾਸ ਕਰਦੇ, ਦਿਨ ਬਤੀਤ ਕਰਦੇ ਹਨ। ਦੋਹਰਾ ਦਵੈ ਬਿੰਸਤ ਗਿਣਤੀ ਵਿਖੈ ਧਾਰ ਪਹਾਰਨ ਕੇਰ। ਕਹਿਣ ਲੱਗੇ ਦਵੈ ਬਿੰਸਤ 2 ਤੇ 22 ਦਿਨ ਮਹਾਰਾਜ ਸਾਹਿਬ ਜੀ ਇੱਥੇ ਨਾ ਇਹਨਾਂ ਦੀ ਸੇਵਾ ਦੇ ਵਿੱਚ ਰਹੇ ਹਨ। ਮਹਾ ਬਹਾਦਰ ਬਿਦਤ ਭੇ ਸਤਿਗੁਰ ਬੀਰ ਬਡੇਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਹੁਤ ਵੱਡੇ ਸੂਰਮੇ ਨੇ। ਇਹ ਗੱਲ ਸਾਰਿਆਂ ਦੇ ਵਿੱਚ ਉਸ ਵੇਲੇ ਫੈਲ ਗਈ ਹੈ। 22 ਧਾਰ ਦੇ ਪਹਾੜੀ ਰਾਜਿਆਂ ਦੇ ਵਿੱਚ ਤੇ ਦੂਰ ਦੂਰ ਇਲਾਕਿਆਂ ਵਿੱਚ ਇਹ ਗੱਲ ਘੁੰਮ ਗਈ, ਫੈਲ ਗਈ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਸੂਰਮਾ ਨਹੀਂ ਹੈ। ਛਤਰ ਗਿਰਪਤੀ ਪਹਾੜੀ ਸਭਾ ਲਗਾਹੇ ਬੀਰ ਜਸਥਾਨ। ਕਹਿਣ ਲੱਗੇ ਛਤਰ ਮਿੱਤਰ ਗਿਰਪਤੀ, ਭਾਵੇਂ ਕੋਈ ਦੁਸ਼ਮਣ ਹੈ, ਭਾਵੇਂ ਕੋਈ ਮਿੱਤਰ ਹੈ, ਭਾਵੇਂ ਕੋਈ ਪਹਾੜੀ ਰਾਜਾ ਹੈ, ਕਹਿਣ ਲੱਗੇ ਇਸ ਤਰ੍ਹਾਂ ਸਾਰੇ ਮਿਲ ਕੇ ਜਹ ਸੰਗਰਾਮ ਵਾਰਤਾ ਹੋਵੇ ਸ਼ਸਤਰ ਪਰ ਹਰਨ ਕਰੇ ਕਹਿਣ ਬਖਾਨ। ਲੱਗੇ ਪਹਾੜੀ ਸਭਾ ਲਗਾਏ ਵੀਰ ਜੇ ਸਥਾਨ। ਜਿੱਥੇ ਵੀ ਪਹਾੜੀਏ ਸਭਾ ਲਾਉਂਦੇ ਨੇ ਨਾ, ਕਚਹਿਰੀ ਲਾਉਂਦੇ,
ਇਹੋ ਜਿਹੀ ਕਚਹਿਰੀ ਕੋਈ ਨਹੀਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਨਾ ਹੋਵੇ। ਜਿੱਥੇ ਵੀ ਕੋਈ ਰਾਜਾ ਬੈਠਦਾ, ਕੋਈ ਸੈਨਾਪਤੀ ਬੈਠਦਾ, ਕੋਈ ਫੌਜ ਦਾ ਕਮਾਂਡਰ ਬੈਠਦਾ ਨਾ ਫੌਜ ਲੈ ਕੇ, ਮਹਾਰਾਜ ਦੀ ਬਹਾਦਰੀ ਦੇ ਕਿੱਸੇ ਉੱਥੇ ਵੀ ਚੱਲਦੇ ਨੇ। ਹਰੇਕ ਫੌਜ ਦੇ ਵਿੱਚ ਜ਼ਿਕਰ ਹੋਣ ਲੱਗ ਪਿਆ। ਬਹਾਦਰ ਤੇ ਬੜੇ ਸੁਣੇ ਨੇ, ਸੂਰਮੇ ਤੇ ਬੜੇ ਸੁਣੇ ਨੇ, ਪਰ ਗੁਰੂ ਗੋਬਿੰਦ ਸਿੰਘ ਵਰਗਾ ਸੂਰਮਾ ਕੋਈ ਨਹੀਂ। 2 ਜੰਗ ਹੀ ਲੜੇ ਮਹਾਰਾਜ ਨੇ ਹਾਲੇ, ਤੇ ਦੋਵਾਂ ਜੰਗਾਂ ਵਿੱਚ ਇਹ ਗੱਲ ਸਿੱਧ ਕਰਤੀ ਹੈ ਵੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਦਾ ਸਾਨੀ ਕੋਈ ਨਹੀਂ ਹੈ, ਮੁਕਾਬਲੇਬਾਜ਼ ਕੋਈ ਨਹੀਂ ਹੈ। ਜਿੱਥੇ ਵੀ ਮੁਗਲਾਂ ਦੀ ਫੌਜ ਬੈਠੇ, ਜਿੱਥੇ ਵੀ ਪਹਾੜੀਆਂ ਦੀ ਫੌਜ ਬੈਠੇ, ਸਾਰਿਆਂ ਦੇ ਵਿੱਚ ਚਰਚਾ ਸ਼ੁਰੂ ਹੋ ਗਈਆਂ ਕਿ ਮਹਾਰਾਜ ਦੇ ਵਰਗਾ ਕੋਈ ਨਹੀਂ ਹੈ। ਜਹ ਸੰਗਰਾਮ ਵਾਰਤਾ ਹੋਵੇ। ਜਿੱਥੇ ਜਿੱਥੇ ਜੰਗਾਂ ਦੀਆਂ ਗੱਲਾਂ ਹੁੰਦੀਆਂ, ਕਿਉਂਕਿ ਫੌਜ ਦੇ ਵਿੱਚ ਤੇ ਜੰਗ ਦੀ ਗੱਲ ਹੋਵੇਗੀ ਨਾ, ਕਿਉਂਕਿ ਫੌਜ ਦੇ ਜਿਹੜੇ ਸਿਪਾਹੀ ਨੇ ਜਾਂ ਜਿਹੜੇ ਫੌਜ ਦੇ ਜਰਨੈਲ ਨੇ, ਉਹ ਵੇਖਦੇ ਨੇ ਫਲਾਣੀ ਥਾਂ ਤੇ ਜੰਗ ਹੋਇਆ ਸੀ, ਉਸ ਜੰਗ ਵਿੱਚ ਕਿਹੜਾ ਕਿਵੇਂ ਲੜਿਆ। ਭਾਵੇਂ ਕਿ ਉਹਨਾਂ ਨੂੰ ਉਸ ਜੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਵੇਖਿਆ ਜਾਂਦਾ ਹੈ ਕਿੰਨੇ ਕੀ ਦਾ ਉੱਥੇ ਵਰਤਿਆ, ਉਹ ਕਿਵੇਂ ਉਸ ਜੰਗ ਵਿੱਚ ਜਿੱਤਿਆ। ਇੱਕ ਦੂਜੇ ਦੇ ਨੁਕਤੇ, ਇੱਕ ਦੂਜੇ ਦੇ ਗੁਣ ਲੈਣ ਵਾਸਤੇ ਕਿਹੜੇ ਰਾਜੇ ਨੇ ਕਿਵੇਂ ਜੰਗ ਕੀਤਾ, ਕਿਹੜਾ ਮੈਦਾਨ ਵਿੱਚੋਂ ਕਿਵੇਂ ਭੱਜਿਆ, ਕਿਹੜੀਆਂ ਕਿਹੜੀਆਂ ਉਸ ਵੇਲੇ ਦਾ ਪੇਚ ਜੰਗ ਵਿੱਚ ਖੇਲੇ ਗਏ। ਇਹ ਜਰਨੈਲ ਗੱਲਾਂ ਨੋਟ ਕਰਦੇ ਹਰੇਕ ਥਾਂ ਦੇ ਉੱਪਰ, ਕਿਹੜੇ ਜੰਗ ਵਿੱਚ ਕਿਹਦਾ ਨੁਕਸਾਨ ਤੇ ਕਿਹਨੂੰ ਲਾਭ ਹੋਇਆ, ਕਿੰਨੇ ਕਿਹੜਾ ਦਾ ਲਾਇਆ। ਜਦੋਂ ਵੀ ਜੰਗਾਂ ਦੀਆਂ ਗੱਲਾਂ ਹੋਣ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜ਼ਿਕਰ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਵਰਗਾ ਤੀਰ ਮਾਰਨ ਵਾਲਾ ਕੋਈ ਨਹੀਂ ਹੈ, ਗੁਰੂ ਗੋਬਿੰਦ ਸਿੰਘ ਵਰਗੀ ਤਲਵਾਰ ਚਲਾਉਣ ਵਾਲਾ ਕੋਈ ਨਹੀਂ ਹੈ। ਜਿੱਥੇ ਵੀ ਸ਼ਸਤਰਾਂ ਦੀ ਗੱਲ ਹੋਵੇਗੀ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਆਉਂਦਾ ਹੈ। ਸ਼ਸਤਰ ਪਰ ਹਰਨ ਕਰੈ ਬਖਾਨ। ਤੇ ਸਾਰੇ ਆਖਦੇ ਨੇ ਵੀ ਮਹਾਰਾਜ ਵਰਗੇ ਕੋਈ ਸ਼ਸਤਰ ਨਹੀਂ ਚਲਾ ਸਕਦਾ, ਨਾ ਕੋਈ ਤੀਰ ਚਲਾ ਸਕਦਾ ਤੇ ਨਾ ਕੋਈ ਤਲਵਾਰ ਚਲਾ ਸਕਦਾ। ਤਹਾਂ ਪ੍ਰਥਮ ਗਿਣਤੀ ਮੈਂ ਸਗਰੇ। ਕਹਿਣ ਲੱਗੇ ਵੀ ਉੱਥੇ ਜਿੱਥੇ ਜਿੱਥੇ ਵੀ ਗੱਲ ਹੁੰਦੀ ਗਿਣਤੀਆਂ ਦੇ ਵਿੱਚ ਉਸ ਵੇਲੇ ਕਲਗੀਧਰ ਕੋ ਗਿਨੈ ਮਹਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀਆਂ ਨੂੰ ਸਾਰੇ ਹੀ ਮਹਾਨ ਕਹਿੰਦੇ। ਭਾਵੇਂ ਪਠਾਨਾਂ ਦੀ ਫੌਜ ਹੈ, ਭਾਵੇਂ ਮੁਗਲਾਂ ਦੀ ਫੌਜ ਹੈ, ਭਾਵੇਂ 22 ਧਾਰ ਦੇ ਪਹਾੜੀ ਰਾਜੇ ਤੇ ਭਾਵੇਂ ਰਾਜਪੂਤਾਂ ਦੀ ਫੌਜ ਹੈ। ਕਿਸੇ ਵੀ ਧਰਮ ਦੇ, ਕਿਸੇ ਵੀ ਮਜ਼ਹਬ ਦੇ ਸਿਪਾਹੀ ਨੇ, ਜਿੱਥੇ ਜ਼ਿਕਰ ਹੋਵੇਗਾ ਇਹ ਗੱਲ ਜ਼ਰੂਰ ਹੋਵੇਗੀ ਗੁਰੂ ਗੋਬਿੰਦ ਸਿੰਘ ਵਰਗਾ ਬਹਾਦਰ ਕੋਈ ਨਹੀਂ ਹੈ। ਐਸੀ ਧਾਕ ਮਹਾਰਾਜ ਨੇ ਜਮਾਈ ਹੈ, ਦੁਸ਼ਮਣ ਵੀ ਮਹਾਰਾਜ ਦੇ ਸ਼ਸਤਰਾਂ ਦੀ ਗੱਲ ਕਰਦੇ ਕਿ ਮਹਾਰਾਜ ਵਰਗਾ ਬਹਾਦਰ ਨਹੀਂ ਹੈ। ਜੁੱਧ ਪਰਵਿਰਤੇ ਨਾਮ ਜੇ ਸਿਮਰਹਿ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਤੇ ਨਾਮ ਲੈ ਕੇ ਯੁੱਧ ਦੀ ਰਣਨੀਤੀ ਬਦਲ ਜਾਂਦੀ ਹੈ। ਦੁਸ਼ਮਣ ਇਹ ਗੱਲਾਂ ਕਰਦੇ ਨੇ, ਜੇ ਜੰਗ ਹਾਰਦੇ ਹੋਏ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈ ਲਈਏ, ਹਾਰਿਆ ਹੋਇਆ ਜੰਗ ਜਿੱਤ ਜਾਈਦਾ। ਸਤਿ ਸ੍ਰੀ ਅਕਾਲ। ਜੰਗ ਲੜਨਾ, ਜੰਗ ਕਹਿਣਾ ਦੂਰ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਹੀ ਐਸਾ ਹੈ। ਦੁਸ਼ਮਣ ਵੀ ਇਹ ਗੱਲ ਕਹਿੰਦਾ ਹੈ, ਜੇ ਜੰਗ ਹਾਰਦੇ ਹੋਈਏ ਤੇ ਉੱਥੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰੀਏ, ਹਾਰਿਆ ਹੋਇਆ ਜੰਗ ਵੀ ਜਿੱਤ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ। ਸੋ ਭੀ ਵਿਜੈ ਪਾਏ ਰਿਪ ਮਹਾਨ। ਤੇ ਉਹ ਵਿਅਕਤੀ ਜਿਹੜਾ ਹੈ ਦੁਸ਼ਮਣ ਦੇ ਕੋਲੋਂ ਕਹਿਣ ਲੱਗੇ ਜਿੱਤ ਲਵੇਗਾ ਤੇ ਦੁਸ਼ਮਣ ਨੂੰ ਨਾਸ ਕਰ ਦੇਵੇਗਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਤੁਹਾਡਾ ਨਾਮ ਇਹੋ ਜਿਹਾ ਬਰਕਤ ਵਾਲਾ ਹੈ, ਜਿਹੜਾ ਤੁਹਾਨੂੰ ਜੰਗ ਮੈਦਾਨ ਵਿੱਚ ਯਾਦ ਕਰ ਲੈਂਦਾ ਹੈ, ਉਹ ਜੰਗ ਵਿੱਚ ਜੇਤੂ ਹੋ ਜਾਂਦਾ ਹੈ ਤੇ ਦੁਸ਼ਮਣ ਨੂੰ ਨਾਸ ਕਰਨ ਦੀ ਸਮਰੱਥਾ ਉਹਦੇ ਵਿੱਚ ਆ ਜਾਂਦੀ ਹੈ। ਬ੍ਰਿੰਦ ਛਤਰ ਹੋਏ ਗਿਨੈ ਨਮਨ ਮੈਂ। ਤੇ ਫਿਰ ਭਾਵੇਂ ਦੁਸ਼ਮਣ ਗੁਰਮੁਖੋ ਜਿੰਨੇ ਮਰਜ਼ੀ ਹੋਣ, ਫਿਰ ਉਹਨਾਂ ਦੀ ਗਿਣਤੀ ਨਹੀਂ ਕਰਦਾ। ਸੂਰਮਿਆਂ ਦਾ ਕੰਮ ਇਹ ਨਹੀਂ ਹੈ ਵੀ ਦੁਸ਼ਮਣ ਦੀ ਗਿਣਤੀ ਕਰੇ, ਕਿੰਨੀ ਗਿਣਤੀ ਵਿੱਚ ਨੇ, ਨਹੀਂ। ਸੂਰਮਾ ਕਦੇ ਗਿਣਤੀ ਮਿਣਤੀ ਵਿੱਚ ਨਹੀਂ ਪੈਂਦਾ। ਦੁਨੀਆ ਦੇ ਵਿੱਚ ਬੜੇ ਬੜੇ ਵੱਡੇ ਜੰਗ ਹੋਏ ਤੇ ਉਹਨਾਂ ਜੰਗਾਂ ਦੀ ਜੇ ਗੱਲ ਕਰੀਏ, ਗਿਣਤੀ ਨਾਲ ਨਹੀਂ ਜਿੱਤੇਗਾ ਕਿ ਗਿਣਤੀ ਨਾਲ ਜੰਗ ਜਿੱਤੇ ਜਾਂ ਨਹੀਂ। ਪਾਣੀਪਤ ਦੀ ਲੜਾਈ ਹੋਈ ਨਾ, ਤੇ ਕਹਿਣ ਲੱਗੇ ਪਾਣੀਪਤ ਦੀ ਲੜਾਈ ਵਿੱਚ ਮਰਾਠੇ ਆਏ, ਗਿਣਤੀ ਬਹੁਤ ਵੱਡੀ ਹੈ, ਤੇ ਦੂਸਰੇ ਪਾਸਿਓਂ ਅਬਦਾਲੀ ਵਰਗੇ ਆਏ ਪਠਾਨ ਲੈ ਕੇ, ਗਿਣਤੀ ਬਹੁਤ ਘੱਟ ਹੈ, ਅੱਧੋ ਅੱਧ ਦਾ ਫਰਕ ਹੈ, ਪਰ ਜੰਗ ਜਿੱਤੇ ਨੇ ਪਠਾਨ। ਮਰਾਠਿਆਂ ਨੂੰ ਜੰਗ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਜੰਗ ਗਿਣਤੀ ਤੇ ਨਹੀਂ, ਜੰਗ ਬਹਾਦਰੀ ਤੇ ਰਣਨੀਤੀ ਦੇ ਉੱਪਰ ਜਿੱਤੀ ਜਾਂਦੀ ਹੈ। ਜੰਗ ਕਰਨ ਵਾਲੇ ਕਦੇ ਗਿਣਤੀਆਂ ਨਹੀਂ ਵੇਖਦੇ। ਚਮਕੌਰ ਦੀ ਗੜੀ ਨੂੰ ਘੇਰਾ ਪੈ ਗਿਆ 10 ਲੱਖ ਤੋਂ ਵੱਧ ਵਿਅਕਤੀਆਂ ਦਾ,
ਤੇ ਗੜੀ ਦੇ ਵਿੱਚ ਕੇਵਲ 40 ਨੇ। ਉਹਨਾਂ ਨੇ ਗਿਣਤੀ ਨਹੀਂ ਵੇਖੀ ਹੈ ਵੀ ਅਸੀਂ 40 ਹਾਂ ਤੇ ਬਾਹਰ ਏਡੀ ਵੱਡੀ ਫੌਜ ਹੈ। ਜਿੰਨਾ ਚਿਰ ਪ੍ਰਾਣ ਰਹਿ, ਜਿੰਨਾ ਚਿਰ ਸਵਾਸ ਰਹਿ, ਜਿੰਨਾ ਚਿਰ ਹਿੰਮਤ ਤੇ ਜਾਨ ਰਹੀ ਹੈ, ਜਿੰਨਾ ਚਿਰ ਸਾਹ ਚੱਲਦੇ ਰਹੇ, ਉਹਨਾਂ ਚਿਰ ਸ਼ਸਤਰ ਨਹੀਂ ਹੱਥੋਂ ਸੁੱਟੇ, ਆਪਣੇ ਆਪ ਨੂੰ ਸਮਰਪਣ ਨਹੀਂ ਕੀਤਾ, ਆਪਣੇ ਘੁਟਨੇ ਨਹੀਂ ਟੇਕੇ। ਇਹ ਨਹੀਂ ਆਖਿਆ ਵੀ ਅਸੀਂ ਹਾਰ ਗਏ। ਜਿੰਨਾ ਚਿਰ ਜਿਉਂਦੇ ਰਹੇ ਉਹਨਾਂ ਚਿਰ ਲੜਦੇ ਰਹੇ, ਮੁਕਾਬਲਾ ਕਰਦੇ ਰਹੇ। ਇਹ ਸੂਰਮਿਆਂ ਦੀ ਗੱਲ ਹੈ। ਕਦੇ ਗਿਣਤੀ ਵੱਲ ਨਹੀਂ ਜਾਂਦਾ ਸੂਰਮਾ ਵੀ ਗਿਣਤੀ ਕਿੰਨੀ ਹੈ। ਗਿਣਤੀ ਨੂੰ ਵੇਖ ਕੇ ਲੜੇਗਾ ਤੇ ਜੰਗ ਨਹੀਂ ਜਿੱਤਿਆ ਜਾਵੇਗਾ। ਜੰਗ ਜਿੱਤਿਆ ਜਾਂਦਾ ਰਣਨੀਤੀ ਦੇ ਨਾਲ। ਜੰਗ ਜਿੱਤਿਆ ਜਾਂਦਾ ਹੈ ਬਹਾਦਰੀ ਤੇ ਸਾਹਸ ਦੇ ਨਾਲ, ਦਲੇਰੀ ਨਾਲ ਜੰਗ ਜਿੱਤੇ ਜਾਂਦੇ। ਕਹਿਣ ਲੱਗੇ ਉਹ ਜੰਗ ਐਸੇ ਤਰ੍ਹਾਂ ਜਿੱਤੇ ਸੂਰਮਿਆਂ ਨੇ, ਤੇ ਜੰਗ ਜਿੱਤ ਕੇ ਬੜੇ ਬੜੇ ਵੱਡੇ ਬਹਾਦਰ ਹੋਏ। ਅਕਬਰ ਛੋਟਾ ਜਿਹਾ ਹੈ, ਹਿੰਦੁਸਤਾਨ ਦੀ ਸੈਰ ਕਰਨ ਵਾਸਤੇ ਆਉਂਦਾ ਪਿਆ। ਹਿੰਦੁਸਤਾਨ ਦੀ ਧਰਤੀ ਤੇ ਪਹੁੰਚਿਆ। ਕਲਾਨੌਰ ਦਾ ਨਾਮ ਸੁਣਿਆ, ਗੁਰਦਾਸਪੁਰ ਦੇ ਨੇੜੇ। ਇੱਥੇ ਪਹੁੰਚਿਆ, ਮਗਰੋਂ ਸੁਨੇਹਾ ਮਿਲ ਗਿਆ ਤੇਰੇ ਬਾਪ ਨੂੰ ਦੁਸ਼ਮਣਾਂ ਨੇ ਕਤਲ ਕਰ ਦਿੱਤਾ। ਮਨ ਵਿੱਚ ਸੋਚਿਆ ਪਿੱਛੇ ਨੂੰ ਮੁੜਾਂਗਾ, ਜਿਨ੍ਹਾਂ ਨੇ ਬਾਪ ਕਤਲ ਕੀਤਾ ਉਹ ਮੈਨੂੰ ਥੋੜ੍ਹੀ ਛੱਡਣਗੇ, ਮੈਨੂੰ ਵੀ ਮਾਰ ਦੇਣਗੇ। ਹੁਣ ਪਿਛਲੇ ਰਾਜ ਨੂੰ ਤੇ ਬਾਅਦ ਵਿੱਚ ਵੇਖਾਂਗਾ, ਪਰ ਪਹਿਲਾਂ ਅੱਗੇ ਨੂੰ ਚੱਲਾਂ। ਅੱਗੇ ਵਾਲੇ ਮੋਰਚੇ ਪਹਿਲਾਂ ਫਤਿਹ ਹੋਣਗੇ, ਪਿਛਲਾ ਵੀ ਬਾਅਦ ਵਿੱਚ ਮਿਲ ਜਾਏਗਾ। ਅੱਗੇ ਨੂੰ ਚੜ੍ਹ ਕੇ ਚੱਲਿਆ। ਵਿਰੋਧੀ ਰਾਜਾ ਬੜੀ ਵੱਡੀ ਫੌਜ ਲੈ ਕੇ ਆਉਂਦਾ ਪਿਆ, ਤੇ ਅਕਬਰ ਦੀ ਉਮਰ ਵੀ ਉਸ ਵੇਲੇ ਛੋਟੀ ਹੈ, ਕੋਈ 14-15, ਕੋਈ 16 ਸਾਲ ਦੀ ਉਮਰ ਹੋ ਸਕਦੀ ਹੈ। ਦੁਸ਼ਮਣ ਦੀ ਫੌਜ ਵੀ ਵੱਡੀ ਹੈ। ਰਣਨੀਤੀ ਕੀ ਵਰਤੀ ਗਈ ਹੈ? ਦੁਸ਼ਮਣ ਦੇ ਰਾਜੇ ਨੂੰ ਮਾਰਨਾ, ਹੋਰ ਕੁਝ ਨਹੀਂ ਕਰਨਾ। ਆਪਣੇ ਸੂਰਮਿਆਂ ਵਿੱਚੋਂ ਇੱਕ ਸੂਰਮਾ ਚੁਣਿਆ ਜਿਹੜਾ ਬੜੀ ਫੁਰਤੀ ਦੇ ਨਾਲ ਤੀਰ ਚਲਾ ਸਕਦਾ, ਨਿਸ਼ਾਨੇ ਤੇ ਲਾ ਸਕਦਾ। ਕੁਝ ਸੂਰਮੇ ਉਹਦੀ ਸਹਾਇਤਾ ਵਾਸਤੇ ਦਿੱਤੇ, ਤੁਸੀਂ ਇਹਨੂੰ ਜੰਗ ਦੇ ਵਿੱਚ ਵਿਰੋਧੀ ਰਾਜੇ ਦੇ ਕੋਲ ਲੈ ਕੇ ਜਾਣਾ, ਤੀਰ ਚਲਾ ਚਲਾ ਕੇ 4 ਚੁਫੇਰਿਓਂ ਇਹਦੀ ਰੱਖਿਆ ਕਰਨੀ ਹੈ, ਤੁਸੀਂ ਕੰਧ ਬਣ ਕੇ ਇਹਦੇ ਨਾਲ ਤੁਰਨਾ, ਇਹਨੂੰ ਦੁਸ਼ਮਣ ਰਾਜੇ ਦੇ ਕੋਲ ਲੈ ਕੇ ਜਾਣਾ। ਇਸੇ ਤਰ੍ਹਾਂ ਹੀ ਕੀਤਾ। ਸੂਰਮੇ ਲੜਦੇ ਲੜਦੇ ਤੇ ਦੁਸ਼ਮਣ ਰਾਜਾ ਹਾਥੀ ਤੇ ਚੜ੍ਹਿਆ ਹੋਇਆ ਤੇ ਸਾਰਾ ਸਰੀਰ ਉਹਨੇ ਲੋਹੇ ਨਾਲ ਢੱਕਿਆ ਹੋਇਆ। ਪਰ ਜਿਹੜਾ ਅਕਬਰ ਨੇ ਆਪਣਾ ਸਿਪਾਹੀ ਭੇਜਿਆ ਨਾ, ਉਹਨੇ ਵੇਖਿਆ ਇਹਦੀਆਂ ਅੱਖਾਂ ਨੰਗੀਆਂ ਨੇ, ਬਾਕੀ ਤੇ ਸਰੀਰ ਢੱਕਿਆ ਹੋਇਆ। ਜੰਗ ਦੇ ਵਿੱਚ ਬੈਠ ਕੇ ਇਹੋ ਜਿਹਾ ਨਿਸ਼ਾਨਾ ਬੱਧਾ ਵੀ ਦੁਸ਼ਮਣ ਰਾਜੇ ਦੀ ਅੱਖ ਦੇ ਵਿੱਚ ਤੀਰ ਮਾਰਿਆ, ਉਥਲਾ ਕੇ ਧਰਤੀ ਤੇ ਥੱਲੇ ਡਿੱਗਾ ਹਾਥੀ ਤੋਂ ਆ ਕੇ। ਰਾਜਾ ਮਰਿਆ, ਫੌਜ ਦੌੜ ਗਈ ਉਸੇ ਵੇਲੇ। ਪਹਿਲਾ ਜੰਗ ਆਪਣੀ ਜ਼ਿੰਦਗੀ ਦਾ ਅਕਬਰ ਜਿੱਤ ਗਿਆ। ਗਿਣਤੀ ਥੋੜ੍ਹੀ ਹੈ, ਦੁਸ਼ਮਣ ਉਮਰ ਵਿੱਚ ਵੀ ਵੱਡਾ, ਤਾਕਤ ਵਿੱਚ ਵੀ ਵੱਡਾ, ਪਰ ਨੀਤੀ ਇਹੋ ਜਿਹੀ ਵਰਤੀ ਗਈ। ਦੁਸ਼ਮਣ ਮਾਰਿਆ ਗਿਆ, ਫੌਜ ਭੱਜ ਗਈ ਹੈ, ਦੇਸ਼ ਤੇ ਕਬਜ਼ਾ ਹੋ ਗਿਆ। ਜੇ ਪਿੱਛੇ ਨੂੰ ਜਾਂਦਾ, ਪਿਛਲਾ ਰਾਜ ਲੈਣ ਵਾਸਤੇ ਬਾਪ ਮਰਿਆ, ਦੁਸ਼ਮਣ ਨੇ ਇਹਨੂੰ ਵੀ ਖਤਮ ਕਰ ਦੇਣਾ। ਨਹੀਂ, ਅੱਗੋਂ ਜਿੱਤ ਮਿਲੀ ਹੈ, ਐਡਾ ਵੱਡਾ ਬਾਦਸ਼ਾਹ ਬਣਿਆ, ਫਿਰ ਪਿਛਲੀ ਧਰਤੀ ਤੇ ਵੀ ਰਾਜ ਹੋ ਗਿਆ। ਸਭ ਤੋਂ ਵੱਡੇ ਇਲਾਕੇ ਦੇ ਉੱਪਰ ਅਕਬਰ ਦਾ ਰਾਜ ਰਿਹਾ, ਤੇ ਦੁਨੀਆ ਦੀਆਂ ਫੌਜਾਂ ਦੇ ਵਿੱਚੋਂ ਅਕਬਰ ਦੀ ਫੌਜ ਦਾ ਰਿਕਾਰਡ ਵਿਦਵਾਨਾਂ ਨੇ ਲਿਖਿਆ ਹੈ। ਜਿੰਨੀ ਪੈਦਲ ਉਹਦੀ ਫੌਜ ਪਹੁੰਚਦੀ ਸੀ, ਅੱਜ ਤੱਕ ਕੋਈ ਪੈਦਲ ਫੌਜ ਉਹਨਾਂ ਸਫ਼ਰ ਨਹੀਂ ਕਰ ਸਕੀ। ਸਭ ਤੋਂ ਤੇਜ਼ ਪੈਦਲ ਫੌਜ ਅਕਬਰ ਦੀ ਚੱਲਦੀ ਹੈ। ਜਦੋਂ ਪਤਾ ਲੱਗਦਾ ਨਾ ਵੀ ਫਲਾਨੀ ਥਾਂ ਤੇ ਮੁਹਿੰਮ ਹੈ, ਹਾਥੀਆਂ ਦੀ ਫੌਜ ਨੂੰ ਹੁਕਮ ਹੁੰਦਾ ਹਾਥੀ ਨਾਲ ਨਹੀਂ ਚੱਲਣਗੇ, ਹਾਥੀ ਹੌਲੀ ਤੁਰੇਗਾ, ਸਮਾਂ ਲੱਗ ਜਾਏਗਾ। ਊਠਾਂ ਦੇ ਉੱਪਰ ਫੌਜ ਬਿਠਾ ਕੇ ਊਠ ਕਾਹਲੀ ਤੁਰੇਗਾ, ਵੱਡੀ ਪੁਲਾਂਗ ਪੱਟੇਗਾ, ਊਠ ਨੂੰ ਪਿਆਸ ਘੱਟ ਲੱਗਦੀ ਹੈ, ਲੰਮਾ ਸਫ਼ਰ ਕਰੇਗਾ, ਫੌਜ ਛੇਤੀ ਪਹੁੰਚੇਗੀ। ਇਹੋ ਜਿਹੀ ਰਣਨੀਤੀ ਲੈ ਕੇ ਤੁਰਦਾ ਹੈ। ਬਹੁਤ ਵੱਡਾ ਬਾਦਸ਼ਾਹ ਬਣ ਕੇ ਹਿੰਦੁਸਤਾਨ 'ਤੇ ਰਾਜ ਕਰ ਗਿਆ। ਚੱਲਣ ਵਾਲੀਆਂ ਫੌਜਾਂ ਵਿੱਚ ਅਕਬਰ ਦੀ ਫੌਜ ਦਾ ਇੱਕ ਆਪਣਾ ਹੀ ਨਾਮ ਹੈ ਕਿ ਉਹਦੀ ਪਿਆਦਾ ਫੌਜ ਬਹੁਤ ਛੇਤੀ ਮੰਜ਼ਿਲ 'ਤੇ ਪਹੁੰਚਦੀ ਹੈ। ਵਿਚਾਰ ਇਹ ਹੈ ਕਿ ਜੰਗ ਮੈਦਾਨ ਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਗਿਣਤੀ ਕਿਹਦੀ ਕਿੰਨੀ ਹੈ, ਉੱਥੇ ਤੇ ਫਿਰ ਰਣਨੀਤੀ ਕੰਮ ਕਰਦੀ ਹੈ, ਉੱਥੇ ਤੇ ਬਹਾਦਰੀ ਦਲੇਰੀ ਕੰਮ ਕਰਦੀ ਹੈ। ਜੰਗ ਤਾਂ ਜਿੱਤੇ ਜਾਂਦੇ। ਦੁਸ਼ਮਣ ਗੱਲਾਂ ਕਰਦਾ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗਿਣਤੀ ਵੀ ਨਹੀਂ ਵੇਖਦੇ,
ਕਿਹਦੇ ਕੋਲ ਕਿੰਨੀ ਗਿਣਤੀ ਹੈ, ਕਿਹਦੇ ਕੋਲ ਕਿੰਨੀ ਫੌਜ ਹੈ। ਐਸੇ ਬਹਾਦਰ ਨੇ ਜਿਹੜੇ ਜੰਗ ਨੂੰ ਮੂੰਹ ਕਰ ਲੈਂਦੇ ਨੇ, ਜੰਗ ਨੂੰ ਜਿੱਤ ਕੇ ਹੀ ਪਿੱਛੇ ਹਟਦੇ ਨੇ। ਇਹ ਗੱਲਾਂ ਮਹਾਰਾਜ ਦੇ ਸੂਰਮੇ ਨਹੀਂ, ਦੁਸ਼ਮਣ ਦੀਆਂ ਫੌਜਾਂ ਵਿੱਚ ਇਹ ਗੱਲਾਂ ਹੁੰਦੀਆਂ। ਐਸੇ ਬਹਾਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਨ। ਪੂਰਨ ਸਾਥ ਤੈ ਹਥਿਆਰ। ਤੇ ਸਤਿਗੁਰੂ ਪਾਤਸ਼ਾਹ ਜੀ ਥੋੜੇ ਸਾਥੀਆਂ ਨੂੰ ਨਾਲ ਲੈ ਕੇ ਇਹੋ ਜਿਹਾ ਸ਼ਸਤਰ ਚਲਾਉਂਦੇ ਨੇ, ਦੁਸ਼ਮਣਾਂ ਦੀ ਪਰਵਾਹ ਨਹੀਂ ਕਰਦੇ, ਥੋੜਿਆਂ ਦੇ ਨਾਲ ਹੀ ਬਹੁਤਿਆਂ ਨੂੰ ਨਿਬੇੜ ਦਿੰਦੇ ਹਨ। ਨਿਰਭੈ ਹੋਏ ਪ੍ਰਵੇਸ਼ ਤਰਨ ਮੈਂ। ਸਤਿਗੁਰੂ ਜੀ ਨਿਰਭੈ ਹੋ ਕੇ, ਡਰ ਤੋਂ ਰਹਿਤ ਹੋ ਕੇ, ਡਰ ਨਹੀਂ ਰੱਖਦੇ। ਜਿਹੜਾ ਡਰ ਕੇ ਜੰਗ ਵਿੱਚ ਜਾਏਗਾ ਉਹ ਜੰਗ ਕੀ ਲੜੇਗਾ। ਮਹਾਰਾਜ ਦੇ ਸੂਰਮੇ ਵੀ ਨਿਰਭੈ ਹੋ ਕੇ ਜੰਗ ਵਿੱਚ ਜਾਂਦੇ ਹਨ। ਰਹਿ ਵੀਰ ਤਿਸ ਮਾਰਹਿ ਡਾਰ। ਤੇ ਜਿਹੜਾ ਵੀ ਸੂਰਮਾ ਅੱਗੋਂ ਅੜਦਾ ਉਹਨੂੰ ਮਾਰ ਕੇ ਸੁੱਟ ਦਿੰਦੇ ਹਨ। ਰਿਪ ਨਹਿ ਠਹਿਰੈ ਭੈ ਧਰ ਭਾਜੈ। ਜਿਹੜੇ ਦੁਸ਼ਮਣ ਨੇ ਮਹਾਰਾਜ ਦਾ ਨਾਮ ਸੁਣ ਕੇ ਦੌੜ ਹੀ ਜਾਂਦੇ, ਉਹਨਾਂ ਦੇ ਪੈਰ ਧਰਤੀ ਤੇ ਖਲੋਂਦੇ ਹੀ ਨਹੀਂ। ਭੈ ਇੰਨਾ, ਡਰ ਇੰਨਾ, ਦੁਸ਼ਮਣ ਖੜ ਨਹੀਂ ਪਾਉਂਦਾ ਹੈ। ਵਿਜੈ ਲక్ష్ਮੀ ਲੈ ਤੇ ਉਦਾਰ। ਅਤੇ ਜਿੱਤ ਰੂਪੀ ਲక్ష్ਮੀ ਜਿਹੜੀ ਹੈ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ ਕਰਦੀ ਹੈ। ਇਤਿਆਦਿਕ ਬਹੁ ਕਰੈ ਸੁਜਸ ਕੋ। ਇਤਿਆਦਿਕ ਬਹੁਤ ਜ਼ਿਆਦੀਆਂ ਗੱਲਾਂ ਵਡਿਆਈ ਦੀਆਂ ਇਹ ਸੂਰਮੇ ਕਰਦੇ ਹਨ। ਦਰਸੈ ਹੈ ਬੰਦਾ ਹੈ ਆਨੰਦ ਧਾਰ। ਸਤਿਗੁਰੂ ਪਾਤਸ਼ਾਹ ਦੇ ਸੰਗਤਾਂ ਦਰਸ਼ਨ ਕਰਦੀਆਂ, ਸਤਿਗੁਰੂ ਮਹਾਰਾਜ ਦੇ ਬਚਨ ਸੁਣ ਕੇ ਸੰਗਤਾਂ ਆਨੰਦਿਤ ਹੁੰਦੀਆਂ ਹਨ। ਪੁਰਨ ਦੌਣ ਮੈਂ ਭੌਨ ਚੁਕੋਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨਦੌਣ ਦੇ ਵਿੱਚ ਨੇ, ਇੱਥੇ 4 ਨੁਕਰੇ ਘਰ ਲੋਕਾਂ ਦੇ ਬਣੇ ਹੋਏ ਹਨ। ਚੂਨੇ ਸੰਗ ਚ ਨਹਿ ਬਹੁ ਭਾਏ। ਅਤੇ ਚੂਨੇ ਦੇ ਨਾਲ ਇਹ ਘਰ ਬਣੇ ਹੋਏ ਨੇ। ਵੱਖ-ਵੱਖ ਇਲਾਕਿਆਂ ਦੇ ਵਿੱਚ ਘਰਾਂ ਦੀ ਬਣਤਰ ਵੱਖੋ ਵੱਖਰੀ ਹੁੰਦੀ ਹੈ। ਮਹਾਰਾਜ ਇਸ ਵੇਲੇ ਨਦੌਣ ਦੇ ਵਿੱਚ ਪਹੁੰਚੇ ਨੇ। ਇੱਥੇ ਚੂਨੇ ਦੇ ਨਾਲ 4 ਨੁਕਰੇ ਸੋਹਣੇ ਘਰ ਬਣੇ ਹੋਏ ਹਨ। ਸੁੰਦਰ ਦਰ ਬਰ ਬ੍ਰਿੰਦ ਬਨੇ। ਇਹਨਾਂ ਘਰਾਂ ਦੇ ਜਿਹੜੇ ਦਰਵਾਜ਼ੇ ਨੇ ਉਹ ਵੀ ਬੜੇ ਸੋਹਣੇ ਬਣੇ ਹੋਏ। ਜਿਵੇਂ ਆਪਾਂ ਮਾਲਵੇ ਵਿੱਚ ਜਾਈਏ ਤੇ ਉੱਥੇ ਘਰਾਂ ਦੇ ਬਾਹਰ ਡਿਉੜੀਆਂ ਬਣੀਆਂ ਹੁੰਦੀਆਂ ਨੇ, ਰਿਵਾਜ ਹੈ ਉੱਧਰ ਦਾ ਮਾਲਵੇ ਦੇ ਅੰਦਰ। ਤੇ ਘਰਾਂ ਦੇ ਬਾਹਰ ਸੋਹਣੀ ਡਿਉੜੀ ਬਣੀ ਹੁੰਦੀ ਹੈ। ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਰਿਵਾਜ ਨੇ। ਕਹਿਣ ਲੱਗੇ ਮਹਾਰਾਜ ਨਦੌਣ ਦੇ ਵਿੱਚ ਪਹੁੰਚੇ ਨੇ, ਇੱਥੋਂ ਦਾ ਰਿਵਾਜ ਇਹ ਆ ਵੀ ਘਰ ਦਾ ਦਰਵਾਜ਼ਾ ਇੱਥੇ ਬੜਾ ਸੋਹਣਾ ਬਣਾਉਂਦੇ। ਮੁੱਖ ਦਰਵਾਜ਼ਾ ਹਵੇਲੀ ਦਾ, ਬੜੇ ਬੜੇ ਸੋਹਣੇ ਦਰਵਾਜ਼ੇ ਨੇ, ਉਹਨਾਂ 'ਤੇ ਬੜੀਆਂ ਸੋਹਣੀਆਂ ਚਿੱਤਰਕਾਰੀਆਂ ਨੇ, ਵੇਲ ਬੂਟੇ ਬੜੇ ਸੋਹਣੇ ਬਣੇ ਹੋਏ, ਬੜੇ ਵੱਡੇ ਵੱਡੇ ਦਰਵਾਜ਼ੇ ਖੁੱਲ੍ਹੇ ਰੱਖੇ ਹੋਏ ਹਨ। ਜਿਨ ਉੱਚੇ ਪੌਰ ਕੌਰ ਸ਼ਬ ਸ਼ਾਏ। ਕਹਿਣ ਲੱਗੇ ਦਰਵਾਜ਼ੇ ਬੜੇ ਉੱਚੇ ਉੱਚੇ ਰੱਖੇ ਨੇ। ਇਹਨਾਂ ਦਰਵਾਜ਼ਿਆਂ ਨੂੰ ਚੜ੍ਹਨ ਵਾਸਤੇ ਸੋਹਣੀਆਂ ਪੌੜੀਆਂ ਬਣੀਆਂ ਹੋਈਆਂ ਹਨ। ਥਲ ਭੀ ਤੁੰਗ ਬੰਗਲੇ ਸ਼ੋਭਤ। ਕਹਿਣ ਲੱਗੇ ਥਾਵਾਂ ਵੀ ਉੱਚੀਆਂ ਨੇ, ਪਹਾੜਾਂ ਵਿੱਚ ਉੱਚੀਆਂ ਉੱਚੀਆਂ ਥਾਵਾਂ ਤੇ ਟਿੱਬਿਆਂ ਦੇ ਬੜੇ ਬੜੇ ਸੋਹਣੇ ਬੰਗਲੇ ਇਹਨਾਂ ਪਹਾੜੀ ਲੋਕਾਂ ਦੇ ਬਣੇ ਹੋਏ ਸ਼ੋਭਾ ਪਾਉਂਦੇ ਹਨ। ਉੱਪਰ ਕਲਸ ਰੱਖੇ ਦਿਵਤਾਏ। ਇਹਨਾਂ ਘਰਾਂ ਦੇ ਉੱਪਰ ਕਲਸ ਰੱਖੇ ਹੋਏ ਸੋਹਣੇ ਕਲਸ, ਕਿਸੇ ਨੇ ਚਾਂਦੀ ਦਾ, ਕਿਸੇ ਨੇ ਕਿਸੇ ਹੋਰ ਧਾਤ ਦਾ ਬਣਿਆ ਹੋਇਆ ਕਲਸ। ਜਿਵੇਂ ਗੁਮਟੀਆਂ ਦੇ ਉੱਪਰ, ਮਮਟੀਆਂ ਦੇ ਉੱਪਰ ਰੱਖੇ ਜਾਂਦੇ ਨਾ ਕਲਸ, ਗੁਰੂ ਘਰਾਂ ਦੇ ਉੱਪਰ ਸੋਨੇ ਦੇ ਕਲਸ ਲੱਗ ਜਾਂਦੇ। ਕਹਿਣ ਲੱਗੇ ਇਹਨਾਂ ਪਹਾੜਾਂ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ, ਸੋਹਣੇ ਘਰ, ਉਹਨਾਂ ਸੋਹਣਿਆਂ ਘਰਾਂ ਦੇ ਉੱਪਰ ਸੋਹਣੇ ਸੋਹਣੇ ਕਲਸ ਲੱਗੇ ਹੋਏ ਹਨ। ਚਿਤਰਤ ਬਹੁਤ ਬਚਿੱਤਰ ਬਣਾਏ। ਅਤੇ ਘਰਾਂ ਵਿੱਚ ਬਹੁਤ ਜ਼ਿਆਦਾ ਸੋਹਣੀ ਚਿੱਤਰਕਾਰੀ ਕੀਤੀ ਹੈ। ਕੰਧਾਂ ਦੇ ਉੱਪਰ ਵੇਲ ਬੂਟੀਆਂ ਜਾਂ ਕਈ ਤਰ੍ਹਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ, ਸੋਹਣੀਆਂ ਸੋਹਣੀਆਂ ਤਸਵੀਰਾਂ ਕੰਧਾਂ ਦੇ ਉੱਪਰ ਬਣੀਆਂ ਨੇ। ਕਈ ਤਰ੍ਹਾਂ ਦੇ ਚਰਿੱਤਰ ਬਣੇ ਨੇ। ਔਰ ਬਚਿੱਤਰ ਤੋਂ ਭਾਵ ਹੁੰਦਾ ਹੈ ਹੈਰਾਨ ਕਰਨ ਵਾਲੇ, ਸੋਹਣੇ, ਨਾਨਾ ਪ੍ਰਕਾਰ ਦੇ ਕਈ ਤਰ੍ਹਾਂ ਦੇ ਚਿੱਤਰ ਘਰਾਂ ਦੇ ਵਿੱਚ ਬਣੇ ਹੋਏ ਹਨ। ਬਿਸਦ ਬੈਠਕਾ ਬਿਸਤਰੋ ਤੇ ਥਾਏ। ਕਹਿਣ ਲੱਗੇ ਇਹਦੇ ਵਿੱਚ ਸੋਹਣੀਆਂ ਜਿਹੜੀਆਂ ਬੈਠਕਾਂ ਬਣੀਆਂ ਹੋਈਆਂ, ਉਹਨਾਂ ਬੈਠਕਾਂ ਦੇ ਵਿੱਚ ਚਿੱਟੇ ਰੰਗ ਦੇ ਕੱਪੜੇ ਵਿਛਾਏ ਹੋਏ, ਵੀ ਆਇਆ ਗਿਆ ਇੱਥੇ ਆ ਕੇ ਬੈਠੇ। ਸੋਹਣੀਆਂ ਬੈਠਕਾਂ ਬਣਾਈਆਂ। ਕਈਆਂ ਇਲਾਕਿਆਂ ਵਿੱਚ ਇਹ ਰਿਵਾਜ ਹੈ ਵੀ ਘਰ ਦੇ ਨਾਲ ਬੈਠਕ ਬਣਾਈ ਜਾਂਦੀ ਹੈ, ਉਹਦੇ ਵਿੱਚ ਬੈਠਣ ਦਾ ਜਿਹੜਾ ਕੋਈ ਆਇਆ ਗਿਆ, ਬਹੁਤਾ ਕੋਈ ਸਾਕ ਖਾਸ ਸਕਾ ਰਿਸ਼ਤੇਦਾਰ ਨਹੀਂ ਹੈ, ਉਸ ਨੂੰ ਚਾਹ ਪਾਣੀ ਪਿਲਾਉਣਾ ਤੋਰਨਾ, ਉਹਦੇ ਵਾਸਤੇ ਬੈਠਕ ਬਣਾਈ ਜਾਂਦੀ ਹੈ। ਕਹਿਣ ਲੱਗੇ ਵੀ ਇਹਨਾਂ ਪਹਾੜੀ ਲੋਕਾਂ ਨੇ ਸੋਹਣੀਆਂ ਬੈਠਕਾਂ ਬਣਾਈਆਂ। ਬੈਠਕਾਂ ਵਿੱਚ ਚਿੱਟੇ ਰੰਗ ਦੇ ਕੱਪੜੇ ਵਿਛਾ ਕੇ, ਚਾਦਰਾਂ ਵਿਛਾ ਕੇ, ਵਿਛਾਉਣੇ ਵਿਛਾ ਕੇ ਬੜੀਆਂ ਸੋਹਣੀਆਂ ਫਵਾਈਆਂ ਨੇ, ਬੜੀਆਂ ਸੁੰਦਰ ਲੱਗਦੀਆਂ ਹਨ। ਨਦੀ ਵਿਪਾਸਾ ਕੇ ਤਟ ਸੁੰਦਰ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਬਿਆਸ ਨਦੀ ਦੇ ਕਿਨਾਰੇ ਦੇ ਉੱਪਰ ਇੱਥੇ ਨਦੌਣ ਦੇ ਵਿੱਚ ਮਹਾਰਾਜ ਸੈਰ ਕਰਦੇ ਹਨ। ਮੰਦਰ ਬਣੇ ਅਨੇਕ ਪ੍ਰਕਾਰ। ਅਨੇਕ ਤਰ੍ਹਾਂ ਦੇ ਸੋਹਣੇ ਘਰ ਬਣੇ ਹੋਏ ਇਹਨਾਂ ਪਹਾੜੀਆਂ ਦੇ। ਭੀਮ ਚੰਦ ਰਾਜੇ ਨੇ ਬੇਨਤੀ ਕੀਤੀ ਨਾ, ਮਹਾਰਾਜ ਆਓ ਸਾਡੇ ਨਾਲ, ਸਾਡੇ ਘਰਾਂ ਵਿੱਚ ਚਰਨ ਪਾਓ, ਸਾਡੇ ਘਰ ਆਪ ਜੀ ਆ ਕੇ ਵੇਖੋ।
ਮਹਾਰਾਜ ਬੇਨਤੀ ਮੰਨ ਕੇ ਤੇ ਇਹਨਾਂ ਦੇ ਘਰਾਂ ਦੇ ਵਿੱਚ ਚਰਨ ਪਾਉਂਦੇ ਹਨ। ਜਿਤੇ ਗ੍ਰੇਸ਼ਵਰ ਪ੍ਰਭ ਕੋ ਸਾਦਰ, ਜਿੰਨੇ ਵੀ ਇਹ ਪਹਾੜੀ ਰਾਜੇ ਨੇ ਸਤਿਗੁਰਾਂ ਨੂੰ ਬੜੇ ਸਤਿਕਾਰ ਦੇ ਨਾਲ ਇਹ ਸਾਦਰ ਹੇਤ ਦਿਖਾਵਨ ਬਿਨਤੀ ਧਾਰ, ਸੋ ਕਹਿਣ ਲੱਗੇ ਹੇਤ ਦਿਖਾਵਣ ਬਿਨਤੀ ਧਾਰ, ਸਤਿਗੁਰਾਂ ਨੂੰ ਵਿਖਾਉਣ ਵਾਸਤੇ ਬੇਨਤੀਆਂ ਕਰਦੇ। ਮਹਾਰਾਜ ਆਓ ਮੇਰੇ ਘਰ ਵਿੱਚ। ਇਹ ਘਰ ਵਿੱਚ ਮਹਾਰਾਜ ਚਰਨ ਪਾਉਂਦੇ, ਫਿਰ ਦੂਜੇ ਘਰ ਵਾਲੇ ਮਹਾਰਾਜ ਸਾਡੇ ਘਰ ਵਿੱਚ ਵੀ ਆ ਕੇ ਆਪ ਜੀ ਦਰਸ਼ਨ ਦਿਓ। ਇਹ ਨਦੌਣ ਦੇ ਇਲਾਕੇ ਵਿੱਚ ਵੱਖ-ਵੱਖ ਘਰਾਂ ਦੇ ਲੋਕ ਸਤਿਗੁਰਾਂ ਨੂੰ ਆ ਕੇ ਬੇਨਤੀ ਕਰਦੇ ਹਨ। ਲੈ ਕਰ ਸੰਗ ਆਏ ਨਿਜ ਘਰ ਮਹਿ, ਸਤਿਗੁਰਾਂ ਨੂੰ ਨਾਲ ਲੈ ਕੇ ਆਪਣੇ ਆਪਣੇ ਘਰਾਂ ਵਿੱਚ ਆਉਂਦੇ। ਅੱਜ ਮੇਰੀ ਵਾਰੀ ਹੈ, ਅੱਜ ਮੇਰੀ ਵਾਰੀ ਹੈ। ਰੋਜ਼ ਸਤਿਗੁਰਾਂ ਦੇ ਕੋਲ ਇਹ ਨਦੌਣ ਦੀਆਂ ਸੰਗਤਾਂ ਜਾਂਦੀਆਂ। ਨਦੌਣ ਇਲਾਕੇ ਦਾ ਨਾਮ ਹੈ। ਕਹਿਣ ਲੱਗੇ ਇਹ ਜਿਹੜਾ ਨਦੌਣ ਅੱਜ ਸ਼ਹਿਰ ਬਣਿਆ ਹੋਇਆ ਨਾ, ਇੱਥੋਂ ਦੀਆਂ ਸੰਗਤਾਂ ਮਹਾਰਾਜ ਨੂੰ ਰੋਜ਼ ਆਪਣੇ ਘਰਾਂ ਵਿੱਚ ਆਉਣ ਦੀ ਬੇਨਤੀ ਕਰਦੀਆਂ ਹਨ। ਫਿਰ ਉੱਚੇ ਥਾਂ ਨਿਹਾਰ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਘੁੰਮ ਕੇ ਫਿਰ ਕੇ ਉੱਚੀਆਂ ਉੱਚੀਆਂ ਜਗ੍ਹਾ ਬਣੀਆਂ ਹੋਈਆਂ ਬੜੀਆਂ ਸੋਹਣੀਆਂ ਮਹਾਰਾਜ ਵੇਖਦੇ ਹਨ। ਹਰਖਾਵਤ ਹੈ ਸਗਲ ਪਛਾਨੈ, ਤੇ ਸਤਿਗੁਰੂ ਪਾਤਸ਼ਾਹ ਨਾਲੇ ਖੁਸ਼ ਹੁੰਦੇ ਵੇਖ ਕੇ ਸੋਹਣੀਆਂ ਜਗ੍ਹਾ, ਨਾਲੇ ਮਹਾਰਾਜ ਪਛਾਣਦੇ, ਪੁੱਛਦੇ ਇਹ ਭਾਈ ਕੌਣ ਹੈ, ਇਹ ਕੌਣ ਹੈ। ਉਹਨਾਂ ਨੂੰ ਪਛਾਣਦੇ ਵੀ ਨੇ, ਗੱਲਾਂ ਬਾਤਾਂ ਕਰਦੇ ਹਨ। ਮਨ ਹੈ ਦੇਤ ਅਕੋਰ ਉਦਾਰ, ਅਤੇ ਸੰਗਤਾਂ ਮਹਾਰਾਜ ਨੂੰ ਪਛਾਣ ਲੈਂਦੀਆਂ। ਜਦੋਂ ਮਹਾਰਾਜ ਗਲੀ ਵਿੱਚੋਂ ਜਾਂ ਰਾਹ ਵਿੱਚੋਂ ਜਾਂਦੇ ਨਾ ਕਿਸੇ ਘਰ ਦੇ ਵਿੱਚ, ਤੇ ਗਲੀ ਰਾਹ ਵਿੱਚ ਜਿੰਨੇ ਘਰ ਨੇ ਉਹ ਪਛਾਣ ਲੈਂਦੇ ਵੀ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਰਹੇ ਨੇ। ਆਪੋ ਆਪਣੇ ਘਰ ਦੇ ਵਿੱਚੋਂ ਸੰਗਤ ਭੇਟਾ ਲਿਆ ਕੇ ਰੱਖਦੀ ਹੈ। ਕੋਈ ਬਸਤਰ ਦਾਨ ਕਰਦਾ ਪਿਆ, ਕੋਈ ਫਲ ਦਾਨ ਕਰਦਾ ਪਿਆ, ਕੋਈ ਮਾਇਆ ਲਿਆ ਕੇ ਰੱਖਦਾ। ਮਹਾਰਾਜ ਆ ਮੇਰੀ ਆਪ ਜੀ ਇਹ ਸੇਵਾ ਪ੍ਰਵਾਨ ਕਰੋ। ਸਤਿਗੁਰੂ ਇਸ ਤਰ੍ਹਾਂ ਜਾਂਦੇ ਰਸਤੇ ਦੇ ਉੱਪਰ ਸੰਗਤਾਂ ਜਿਹੜੀਆਂ ਨੇ ਉਹ ਮਹਾਰਾਜ ਨੂੰ ਸਨਮਾਨ ਦੇਣ ਵਾਸਤੇ ਆਪੋ ਆਪਣੇ ਘਰ ਦੇ ਵਿੱਚੋਂ ਭੇਟਾ ਜਿਹੜੀਆਂ ਨੇ ਉਹ ਸਤਿਗੁਰਾਂ ਦੇ ਅੱਗੇ ਭੇਟ ਕਰਦੇ ਹਨ। ਅਸ਼ਟ ਦਿਵਸ ਲੋ ਪ੍ਰਭ ਮੁਕਾਮ ਕਰ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇੱਥੇ 8 ਦਿਨ ਰਹਿ। ਇਸ ਧਰਤੀ ਦੇ ਉੱਪਰ 8 ਦਿਨ ਮਹਾਰਾਜ ਇੱਥੇ ਵਿਚਰਦੇ ਰਹੇ ਹਨ। ਰਹੇ ਹੇਰ ਕਰ ਥਾਲ ਰਮਣੀਕ, ਸੋਹਣਾ ਜਿਹਾ ਥਾਂ ਵੇਖ ਕੇ ਮਹਾਰਾਜ ਨੂੰ ਰਮਣੀਕ ਜਗ੍ਹਾ ਨਾ, ਸੁੰਦਰ ਜਗ੍ਹਾ ਬੜੀਆਂ ਚੰਗੀਆਂ ਲੱਗਦੀਆਂ। ਔਰ ਸਤਿਗੁਰਾਂ ਦੇ ਬਹੁਤੇ ਸਥਾਨ ਜਿਹੜੇ ਨੇ ਉਹ ਪਾਣੀ ਦੇ ਸਰੋਤਾਂ ਦੇ ਕਿਨਾਰੇ ਹੀ ਨੇ। ਜਿਵੇਂ ਆਪਾਂ ਹਜ਼ੂਰ ਸਾਹਿਬ ਦੀ ਗੱਲ ਕਰੀਏ, ਪਟਨਾ ਸਾਹਿਬ ਦੀ ਗੱਲ ਕਰੀਏ, ਪੌਂਟਾ ਸਾਹਿਬ ਦੀ ਗੱਲ ਕਰੀਏ, ਅਨੰਦਪੁਰ ਸਾਹਿਬ ਦੀ ਗੱਲ ਕਰੀਏ, ਜਾਂ ਆਪਾਂ ਬਿਭੌਰ ਸਾਹਿਬ ਦੀ ਗੱਲ ਕਰੀਏ, ਜਿੰਨੇ ਵੀ ਮਹਾਰਾਜ ਦੇ ਸਥਾਨ ਨੇ ਸਾਰੇ ਨਦੀਆਂ ਦੇ ਕਿਨਾਰਿਆਂ ਉੱਪਰ, ਤਲਾਬਾਂ ਦੇ ਕਿਨਾਰਿਆਂ ਦੇ ਉੱਪਰ ਮਹਾਰਾਜ ਨੂੰ ਇਹ ਨਦੀਆਂ, ਤਲਾਬ, ਇਹ ਹਰਿਆਵਲਤਾ ਵਾਲੀ ਜਗ੍ਹਾ, ਇਹ ਰਮਣੀਕ ਜਗ੍ਹਾ ਮਹਾਰਾਜ ਨੂੰ ਬੜੀਆਂ ਚੰਗੀਆਂ ਲੱਗਦੀਆਂ। ਤੇ ਸਤਿਗੁਰੂ ਉਹਨਾਂ ਜਗ੍ਹਾ 'ਤੇ ਕਿਨਾਰੇ 'ਤੇ ਜਾ ਕੇ ਆਪਣੇ ਚਰਨ ਬਖਸ਼ਿਸ਼ ਕਰਿਆ ਕਰਦੇ ਸਨ। ਇਸ ਤਰ੍ਹਾਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਰਿਆਵਲਤਾ ਵਾਲੀਆਂ, ਫਲ ਵਾਲੀਆਂ ਜਗ੍ਹਾ, ਸੋਹਣੇ ਫੁੱਲਾਂ ਵਾਲੀਆਂ ਜਗ੍ਹਾ ਅਤੇ ਸੋਹਣਾ ਪਾਣੀ ਚੱਲਣ ਵਾਲੀਆਂ ਜਗ੍ਹਾ ਮਹਾਰਾਜ ਨੂੰ ਬੜੀਆਂ ਚੰਗੀਆਂ ਲੱਗਦੀਆਂ। ਸਤਿਗੁਰੂ ਉੱਥੇ ਪੜਾ ਕਰਦੇ ਹਨ। ਬਾਰ ਮੰਦਰ ਅਰ ਸੁੰਦਰ ਸੈਲਨ, ਕਹਿਣ ਲੱਗੇ ਵੀ ਇੱਥੇ ਬੜੇ ਸੋਹਣੇ ਘਰ ਬਣੇ ਹੋਏ ਨੇ, ਸੋਹਣੇ ਸੋਹਣੇ ਪਹਾੜ ਨੇ, ਉਹਨਾਂ ਪਹਾੜਾਂ ਦੇ ਉੱਪਰ ਕਈ ਤਰ੍ਹਾਂ ਦੇ ਫੁੱਲ ਅਤੇ ਫਲਾਂ ਦੇ ਬ੍ਰਿਛ ਲੱਗੇ ਹੋਏ ਹਨ। ਕਰੈ ਸੈਲ ਜਿਤ ਕਿਤ ਬਿਦਨੀਕ, ਤੇ ਸਤਿਗੁਰੂ ਪਾਤਸ਼ਾਹ ਜਿੱਧਰ ਨੂੰ ਮੌਜ ਕਰਦੇ ਨਾ ਮਹਾਰਾਜ ਜੀ ਕਰਦਾ